पंकज बंदन पद पंकज बंदन सिमरो अंगद दोख निकंदन अमरदास गुर हृदय त्यावो हृदय त्यावो। श्री गुरु रामदास गुण गावो। श्री अर्जुन विघ्नन के नाशक के नाशक हर गोविंद सुबसुमत प्रकाशिक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला परम कृपाला। श्री गुरु गोविंद सिंह विशाल तरों तरा तर पुन पुन शीस पुन शीस। वंदो बार बार जगदीश। जिसमें है अमृत ज्ञान है मानस भगत वैराग। श्री गुरु ग्रंथ साहिब उदद बंदो कर अनुराग। एक ओंकार सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। थक तो चुरत जल को न छुए। दर पर बैठे रात बिते। अब जुग जाम दिवस बित गयो। तौ अछोबो सदीरज भयो। परम सन्मान योग चवर छत्र तखत दे मालिक ज़ाहरा ज़हूर हाज़र हजूर सर्व कला भरपूर सतगुरु साहिब श्री गुरु ग्रंथ साहिब जी महाराज सतगुरु जी की पावन पवित्र हजूरी अंदर उपस्थित होए गुरु सवारे गुरु प्यारे सतसंगी जनों आओ सतगुरु जी की बख्शिश नाल संध्या वेले दे पावन पवित्र दीवाना दी प्रारंभता करिए। गुरु इतिहास की लड़ीवार कथा जो सतगुरां के इन्हां पवित्र स्थानां ते आप संगत रोजाना भावना अदब प्यार सहित सरवण करते हो चलती आ रही लड़ी तहत कुछ समा महाराज जी के जीवन वृतांतां नाल जुड़न दा आपां यतन करते हैं। आओ सब तो पहला महाराज तो आग्ञा लईए रसना पवित्र करनी जियो फतेह नाल सांझ पाईए। फतेह प्रवानो वाहिगुरु जी का खालसा वाहिगुरु जी की फतेह। कल दे दीवाना अंदर जिथे संपन्नता हुई पीर भीखम शाह जी जो कि बाल गुरु गोबिंद राय जी के दर्शन करने के लिए पटने की धरती पर पहुंचे सन लेकिन इस्लामी मत नाल संबंधित होने करके माता जियां ने शंका किया कि किते कोई राजनीतिक चाल ना होवे अजे दर्शन नहीं असी करवा सकते। मामा कृपाल चंद जी जो वार-वार विनती करते हैं कि तुसी कुछ समा रुक के आना असी फिर तुहानू दर्शन करवावांगे परंतु
ਪੀਰ ਭੀਖਮ ਸ਼ਾਹ ਜੀਆਂ ਨੇ ਮਹਾਰਾਜ ਜੀ ਕੇ ਦੁਆਰ ਤੇ ਡੇਰਾ ਲਾ ਲਿਆ। ਨਾਲ ਪ੍ਰਣ ਕਰ ਲਿਆ ਵੀ ਜਦੋਂ ਤੱਕ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਨਹੀਂ ਹੁੰਦੇ, ਨਾ ਤੇ ਅਸੀਂ ਪ੍ਰਸ਼ਾਦਾ ਛਕਾਂਗੇ, ਨਾ ਹੀ ਪਾਣੀ ਪੀਵਾਂਗੇ, ਤੇ ਇਸੇ ਤਰ੍ਹਾਂ ਹੀ ਇਸ ਦੁਆਰ ਤੇ ਬੈਠ ਕਰਕੇ ਗੁਰੂ ਨਾਨਕ ਦਾ ਧਿਆਨ ਕਰਕੇ ਬੇਨਤੀਆਂ ਕਰਾਂਗੇ, ਕਿਉਂਕਿ ਅਸੀਂ ਉਸ ਪਾਵਨ ਮੂਰਤ ਦੇ ਦਰਸ਼ਨ ਕਰਨ ਹੀ ਠਸਕੇ ਤੋਂ ਚੱਲ ਕਰਕੇ ਤੇ ਪਟਨੇ ਦੀ ਧਰਤੀ ਤੇ ਪਹੁੰਚੇ ਹਾਂ। ਇੱਕ ਦਿਨ ਦਾ ਸਮਾਂ ਬਤੀਤ ਹੋਇਆ, ਰਾਤ ਵੀ ਬਤੀਤ ਹੋ ਗਈ। ਉਸੇ ਤਰ੍ਹਾਂ ਉਸੇ ਆਸਣ ਵਿੱਚ ਬੈਠੇ ਰਹੇ ਦੁਆਰ ਤੇ। ਦੂਸਰਾ ਦਿਨ ਚੜ੍ਹਿਆ, ਉਹ ਵੀ ਕੋਈ 2 ਪਹਿਰ ਦਾ ਦਿਨ ਜਿਹੜਾ ਹੈ ਉਹ ਨਿਕਲ ਜਾਂਦਾ ਹੈ। ਭਾਈ ਸਾਹਿਬ ਜੀ ਨੇ ਸ਼ਬਦ ਵਰਤੇ ਨੇ, ਅਬ ਜੁਗ ਜਾਮ ਦਿਵਸਥਿਤ ਗਇਓ, ਤਉ ਅਛੋਤ ਸੁਧੀਰਨ ਵਇਓ। ਉਸੇ ਤਰ੍ਹਾਂ ਹੀ ਉਸੇ ਧੀਰਤਾ ਦੇ ਅੰਦਰ ਪੀਰ ਭੀਖਮ ਸ਼ਾਹ ਜੀ ਟਿਕੇ ਹੋਏ ਨੇ। ਨਾ ਤੇ ਕੋਈ ਅੰਨ ਛਕਿਆ ਹੈ, ਨਾ ਪਾਣੀ ਪੀਤਾ ਹੈ, ਬਸ ਇੱਕ ਹੀ ਲਿਵ ਹੈ, ਇੱਕ ਹੀ ਧਿਆਨ ਹੈ ਕਿ ਜਿਹੜੀ ਮੂਰਤ ਪ੍ਰਗਟ ਹੋਈ ਹੈ ਉਹ ਬਖਸ਼ਿਸ਼ ਹੋਵੇ। ਜਿਵੇਂ ਕਿਵੇਂ ਵੀ ਉਸ ਪਵਿੱਤਰ ਮੂਰਤ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਕੇ ਦੇ ਦਰਸ਼ਨ ਹੋ ਜਾਣਾ। ਸਹਿਤ ਸਨੇ ਬਾਖ ਮੁਖ ਕਹੇ, ਤੇ ਬੜੇ ਹੀ ਪਿਆਰ ਸਹਿਤ ਸਨੇਹ ਦੇ ਨਾਲ ਆਪਣੇ ਮੁਖ ਤੋਂ ਇਹ ਵਚਨ ਕਹਿ ਰਹੇ ਹਨ। ਦਰਸ਼ਨ ਸਤਿਗੁਰ ਕੀ ਇੱਛਾ ਹੈ। ਵਾਰ-ਵਾਰ ਬੇਨਤੀ ਕਰਦੇ ਹਨ, ਕਦੇ ਭਾਈ ਕਿਰਪਾਲ ਦਾਸ ਜੀ ਨੂੰ, ਕਦੇ ਮਾਤਾ ਜੀ ਨੂੰ, ਕਿ ਸਾਨੂੰ ਹੋਰ ਕੋਈ ਚਾਹਣਾ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਬਸ ਕੇਵਲ ਤੇ ਕੇਵਲ ਦਰਸ਼ਨਾਂ ਦੀ ਇੱਛਾ ਹੈ। ਉਸ ਪਵਿੱਤਰ ਆਤਮਾ ਦੇ ਦਰਸ਼ਨ ਕਰਨ ਲਈ ਆਏ ਹਾਂ, ਜਿਹੜੇ ਕੁਝ ਸਮਾਂ ਪਹਿਲਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਗ੍ਰਹਿ ਵਿਖੇ ਬਾਲ ਰੂਪ ਵਿੱਚ ਪ੍ਰਗਟੇ ਹਨ। ਇਹ ਅਵਤਾਰ ਰੂਪ ਵਿਦਤਾਏ, ਕਿਉਂਕਿ ਇਹ ਅਵਤਾਰ ਪੂਰਨ ਅਵਤਾਰ ਹਨ, ਜਿਨ੍ਹਾਂ ਨੇ ਇਹ ਇਸ ਤਰ੍ਹਾਂ ਸਰੀਰਕ ਰੂਪ ਧਾਰਨ ਕਰਕੇ ਸੰਸਾਰ ਵਿੱਚ ਜਨਮ ਲਿਆ ਹੈ। ਦਰਸ਼ਨ ਚੈਤ ਦੂਰ ਤੇ ਆਏ, ਤੇ ਇਹਨਾਂ ਦੇ ਦਰਸ਼ਨ ਕਰਨ ਹੀ ਅਸੀਂ ਦੂਰ ਦੇਸ਼ ਤੋਂ ਚੱਲ ਕੇ, ਭਾਵ ਇਧਰ ਪੰਜਾਬ ਦੇਸ਼ ਤੋਂ ਚੱਲ ਕੇ ਪੂਰਬ ਦੇਸ਼ ਪਟਨੇ ਤੱਕ ਜਾਣਾ, ਦੂਰ ਦੇਸ਼ ਤੋਂ ਚੱਲ ਕਰਕੇ ਇੱਥੋਂ ਤੱਕ ਪਹੁੰਚੇ ਹਾਂ ਜੀ। ਮਾਤ ਨਾਨਕੀ ਸੁਣ ਤਿਸ ਕਾਲ, ਫਿਰ ਜਿਸ ਵਕਤ ਇਤਨਾ ਸਮਾਂ ਬਤੀਤ ਹੋ ਗਿਆ, ਪਰੰਤੂ ਪੀਰ ਜੀ ਬੈਠੇ ਸਨ ਭੀਖਮ ਸ਼ਾਹ ਜੀ। ਫਿਰ ਮਾਤਾ ਨਾਨਕੀ ਜੀਆਂ ਨੇ ਇਹ ਜਿਹੜੀ ਬੇਨਤੀ ਹੈ ਇਸ ਨੂੰ ਪ੍ਰਵਾਨ ਕੀਤਾ। ਵਾਰ-ਵਾਰ ਵੇਖ ਰਹੇ ਨੇ ਵੀ ਬਹੁਤ ਦ੍ਰਿੜਤਾ ਨਾਲ ਬੈਠੇ ਨੇ। ਫਿਰ ਜਿਸ ਵਕਤ ਸੁਣਦੇ ਹਨ, ਕਹਿਓ ਬਾਕ ਸੁਨ ਪ੍ਰਾਤ ਕਿਰਪਾਲ, ਮਾਤਾ ਨਾਨਕੀ ਜੀਆਂ ਨੇ ਭਰਾਤਾ ਕਿਰਪਾਲ ਦਾਸ ਜੀਆਂ ਨੂੰ ਫਿਰ ਆਪਣੇ ਮੁਖ ਤੋਂ ਇਉਂ ਵਚਨ ਕੀਤੇ ਹਨ। ਅੰਤਰ ਪ੍ਰੋਰ ਪ੍ਰਿਯੰਕ ਡਸਾਵੋ, ਤੇ ਮਾਤਾ ਜੀ ਕਹਿਣ ਲੱਗੇ ਕਿ ਫਿਰ ਜੇ ਇੰਨੀ ਪ੍ਰਬਲ ਇੱਛਾ ਹੈ ਲਾਲ ਜੀ ਦੇ ਦਰਸ਼ਨ ਕਰਨ ਦੀ ਇਸ ਪੀਰ ਦੇ ਅੰਦਰ, ਫਿਰ ਕਿਉਂ ਨਾ ਆਪਾਂ ਕਰਵਾ ਹੀ ਦਿੰਦੇ ਹਾਂ। ਮਾਤਾ ਜੀ ਰਾਜੀ ਹੋ ਗਏ। ਇਹ ਵੀ ਸਤਿਗੁਰਾਂ ਦੀ ਕਿਰਪਾ ਹੈ ਗੁਰਮੁਖੋ, ਕਿਉਂਕਿ ਉਹ ਪੀਰ ਬੜੀ ਦ੍ਰਿੜਤਾ ਦੇ ਨਾਲ ਦਰਸ਼ਨਾਂ ਦੀ ਇੱਛਾ ਲੈ ਕੇ ਦੁਆਰ ਤੇ ਬੈਠ ਗਿਆ ਸੀ ਭੀਖਮ ਸ਼ਾਹ। ਸੋ ਮਾਤਾ ਜੀਆਂ ਨੇ ਫਿਰ ਕਿਹਾ ਵੀ ਤਿਆਰੀ ਕਰਵਾਓ, ਦਰਸ਼ਨ ਕਰਵਾ ਦਿੰਨੇ ਆ। ਪਰੰਤੂ ਹੁਣ ਦਰਸ਼ਨ ਕਿਵੇਂ ਕਰਵਾਉਣਾ ਹੈ? ਸਤਿਗੁਰੂ ਜੀ ਕੇ ਗ੍ਰਹਿ ਵਿਖੇ ਹੀ ਅੰਦਰ ਇੱਕ ਸੋਹਣਾ ਜਿਹੜਾ ਹੈ ਪਲੰਗ ਵਿਛਾਇਆ ਜਾਏ, ਰਛਿਆ ਸਰਬ ਪ੍ਰਕਾਰ ਕਰਾਵੋ। ਤੇ ਸਾਰੇ ਗੁਰੂ ਕੇ ਪਿਆਰ ਵਾਲੇ ਸੇਵਕ ਸਿੱਖਾਂ ਨੂੰ ਇਹ ਕਹਿ ਦਿਓ ਕਿ ਤੁਸਾਂ ਨੇ ਕਰੜੇ ਹੋ ਕੇ ਪਹਿਰੇਦਾਰੀ ਕਰਨੀ ਹੈ, ਕਿਉਂਕਿ ਸ਼ੰਕਾ ਵੀ ਤੇ ਹੈ ਨਾ ਮਨ ਵਿੱਚ ਕਿ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਏ, ਉਸ ਸਮੇਂ ਦੇ ਹੁਕਮਰਾਨ ਕੁਝ ਐਸਾ ਵਾਦ ਘਾਟ ਨਾ ਕਰ ਦੇਣ। ਫਿਰ ਮਾਮਾ ਕਿਰਪਾਲ ਚੰਦ ਜੀ ਨੂੰ ਕਹਿਣ ਲੱਗੇ ਮਾਤਾ ਜੀ ਕਿ ਭਰਾਤਾ ਜੀ ਏਦਾਂ ਕਰੋ, ਇੱਕ ਤੇ ਅੰਦਰ ਹੀ ਪਲੰਗ ਤਿਆਰ ਕਰਵਾ ਲਵੋ ਜਿਹਦੇ ਤੇ ਲਾਲ ਜੀ ਦੇ ਦਰਸ਼ਨ ਕਰਵਾਵਾਂਗੇ, ਤੇ ਇੱਕ ਜਿਹੜੇ ਵੀ ਸੇਵਕ ਸਿੱਖ ਹਨ ਉਹਨਾਂ ਨੂੰ ਕਹਿ ਦਿਓ ਵੀ ਤਕੜਾਈ ਕਰ ਲੈਣੀ, ਕਰੜੇ ਹੋ ਜਾਣਾ, ਤਕੜੇ ਬੜੇ ਨਿਸ਼ਚੇ ਨਾਲ ਪਹਿਰਾ ਦੇਣਾ ਕਿ ਕਿਤੇ ਕੁਝ ਐਸੀ ਘਟਨਾ ਨਾ ਹੋਵੇ। ਸਿੱਖ ਸੇਵਕ ਸਭ ਹੀ ਹੋਏ ਤੀਰ, ਜਿਤਨੇ ਵੀ ਸਾਡੇ ਪਾਸ ਇੱਥੇ ਗੁਰੂ ਘਰ ਦੇ ਵਿੱਚ ਗੁਰੂ ਕੇ ਸਿੱਖ ਸੇਵਕ ਹਨ ਉਹਨਾਂ ਸਾਰਿਆਂ ਨੂੰ ਤਿਆਰ ਕਰਕੇ ਇੱਥੇ ਹਜ਼ੂਰੀ ਵਿੱਚ ਸੇਵਾ ਤੇ ਲਾਓ ਜੀ। ਫਰਸ ਕਰਾਵੋ ਸੁੰਦਰ ਚੀਰ, ਤੇ ਜਿਵੇਂ ਸਤਿਗੁਰੂ ਜਿਸ ਵਕਤ ਦੀਵਾਨਾਂ ਅੰਦਰ ਬੈਠਦੇ ਨੇ ਜਾਂ ਮਹਾਰਾਜ ਨੇ ਦਰਸ਼ਨ ਦੇਣਾ ਹੁੰਦਾ ਸੀ ਤੇ ਬਹੁਤ ਸੋਹਣੀ ਤਿਆਰੀ ਕੀਤੀ ਜਾਂਦੀ ਸੀ। ਸੋਹਣੇ ਗਲੀਚੇ ਵਿਛਾਉਣੇ, ਸੋਹਣੇ ਤਰੀਕੇ ਦੇ ਨਾਲ ਵਸਤਰ ਵਿਛਾ ਕੇ ਆਸਨ ਤਿਆਰ ਕਰਨਾ। ਇਸੇ ਤਰ੍ਹਾਂ ਹੀ ਨਾ ਹੁਣ ਵੀ, ਕਿਉਂਕਿ ਇੱਥੇ ਵੀ ਮਹਾਰਾਜ ਭਾਵੇਂ 10ਵੇਂ ਜਾਮੇ ਵਿੱਚ ਸਤਿਗੁਰੂ ਪ੍ਰਗਟੇ ਹਨ,
ਅਜੇ ਬਾਲ ਰੂਪ ਵਿੱਚ ਹਨ, ਸੁੰਦਰ ਫਰਸ਼ ਤਿਆਰ ਕਰਵਾਓ ਜੀ। ਗਾਵਹਿ ਗੁਰ ਕੇ ਸ਼ਬਦ ਉਧਾਰ, ਤੇ ਰਬਾਬੀਆਂ ਨੂੰ ਕਹਿ ਦੇਣਾ ਕਿ ਭਾਈ ਗੁਰਬਾਣੀ ਦਾ ਕੀਰਤਨ ਪ੍ਰਾਰੰਭ ਕਰੋ, ਕਿਉਂਕਿ ਜਿਸ ਵਕਤ ਦਰਸ਼ਨ ਹੋਣੇ ਨੇ ਲਾਲ ਜੀ ਦੇ, ਸਾਰੀ ਸੰਗਤ ਨੂੰ ਵੀ ਨਾਲ ਹੀ ਹੋਣਗੇ ਜਿੱਥੇ ਪੀਰ ਜੀ ਦਰਸ਼ਨ ਕਰਨਗੇ। ਸੋ ਰਬਾਬੀਆਂ ਨੂੰ ਕਹਿਣਾ ਕਿ ਕੀਰਤਨ ਵੀ ਕਰਨਾ ਹੈ, ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਹੋਣਾ ਚਾਹੀਦਾ ਹੈ ਜੀ। ਆਪਨ ਰਬਾਬੀ ਲਿਹੋ ਹਕਾਰਾ, ਜਿਹੜੇ ਵੀ ਗੁਰੂ ਘਰ ਦੇ ਰਬਾਬੀ ਹਨ, ਕਿਉਂਕਿ ਨੇਮ ਅਨੁਸਾਰ ਕੀਰਤਨ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਇਹ ਮਰਿਆਦਾ ਬਣ ਗਈ ਸੀ। ਸੋ ਪਟਨਾ ਸਾਹਿਬ ਦੀ ਧਰਤੀ ਤੇ ਜਿਹੜੇ ਇਸ ਵਕਤ ਮਹਾਰਾਜ ਜੀ ਕੇ ਰਬਾਬੀ ਹਨ, ਉਹਨਾਂ ਨੂੰ ਸੱਦ ਲਓ ਤੇ ਇੱਥੇ ਗੁਰਬਾਣੀ ਦਾ ਸ਼ਬਦ ਕੀਰਤਨ ਪ੍ਰਾਰੰਭ ਕਰਵਾ ਦੇਵੋ ਜੀ। ਸੁਨਤ ਸਕਲ ਕਰਵਾਇਸ ਤਿਆਰੀ, ਜਿਸ ਵਕਤ ਮਾਤਾ ਜੀਆਂ ਨੇ ਇਹ ਹੁਕਮ ਦਿੱਤੇ ਤੇ ਭਾਈ ਕਿਰਪਾਲ ਦਾਸ ਜੀਆਂ ਨੇ ਮਾਤਾ ਜੀ ਕੇ ਮੁਖ ਤੋਂ ਇਹ ਵਚਨ ਸੁਣ ਕਰਕੇ ਫਿਰ ਜਥਾ ਸ਼ਕਤ ਬਹੁਤ ਜਲਦੀ ਨਾਲ ਤਿਆਰੀ ਕਰਵਾਈ ਹੈ। ਕਰਿਓ ਮੇਲ ਸੰਗਤ ਮਿਲ ਸਾਰੀ, ਤੇ ਇਹ ਤਿਆਰੀ ਜਿਹੜੀ ਹੈ ਜਿੱਥੇ ਗੁਰੂ ਕੇ ਪਿਆਰ ਵਾਲੇ ਸਿੱਖ ਸੇਵਕ ਸਿੱਖ ਜਿਹੜੇ ਉਹ ਕਰ ਰਹੇ ਨੇ, ਨਾਲ ਹੋਰ ਜਿਹੜੀ ਸੰਗਤ ਮਹਾਰਾਜ ਜੀ ਕੇ ਘਰ ਅੰਦਰ ਸੇਵਾ ਕਰ ਰਹੀ ਹੈ ਉਹ ਵੀ ਇਸ ਤਿਆਰੀ ਅੰਦਰ ਸ਼ਾਮਲ ਹੈ। ਬਹੁਤ ਜਲਦੀ ਇਹ ਤਿਆਰੀ ਕੀਤੀ ਜਾਂਦੀ ਹੈ ਜੀ। ਅਨੇਕ ਉਪਾਇਨ ਕੋ ਲੈ ਆਏ, ਤੇ ਬੇਅੰਤ ਭਟਾਵਾਂ ਉਹ ਸਿੱਖ ਸੰਗਤ ਵੀ ਲੈ ਆਈ, ਕਿਉਂਕਿ ਅੱਜ ਪਹਿਲੀ ਦਫਾ ਹੈ ਜਦੋਂ ਲਾਲ ਗੋਬਿੰਦ ਰਾਏ ਜੀ ਦਾ ਦਰਸ਼ਨ ਸਾਰੀ ਸੰਗਤ ਨੂੰ ਹੋਣਾ ਹੈ। ਤੇ ਉਹਦੀ ਵਜ੍ਹਾ ਪੀਰ ਭੀਖਮ ਸ਼ਾਹ ਜੀ ਬਣੇ ਨੇ, ਕਿਉਂਕਿ ਇਹ ਦ੍ਰਿੜਤਾ ਕਰਕੇ ਬਹਿ ਗਏ। ਵਰਨਾ ਮਾਤਾ ਜੀ ਕਹਿੰਦੇ ਸਨ ਵੀ ਕੁਝ ਸਮੇਂ ਬਾਅਦ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪੂਰਬ ਦੇਸ਼ ਤੋਂ ਅਗਲਿਆਂ ਦੇਸ਼ਾਂ ਤੋਂ ਪਰਤ ਆਉਣਗੇ ਫਿਰ ਦਰਸ਼ਨ ਕਰਵਾਵਾਂਗੇ। ਲੇਕਿਨ ਹੁਣ ਸਮਾਂ ਐਸਾ ਬਣ ਗਿਆ, ਮਜਬੂਰੀ ਬਣ ਗਈ ਹੈ। ਸੋ ਸਿੱਖ ਸੰਗਤ ਨੂੰ ਵੀ ਕਹਿ ਦਿੱਤਾ ਗਿਆ ਵੀ ਲਾਲ ਜੀ ਦੇ ਦਰਸ਼ਨ ਕਰਵਾਏ ਜਾਣਗੇ, ਪੀਰ ਜੀ ਨੂੰ ਵੀ ਕਰਵਾਏ ਜਾਣੇ ਨੇ। ਤੇ ਜਿਹੜੇ ਭਾਵਨਾ ਵਾਲੇ ਹਿਰਦੇ ਸਨ ਨਾ, ਉਹਨਾਂ ਨੇ ਉਸੇ ਵਕਤ ਹੀ ਇੰਤਜ਼ਾਮ ਕੀਤਾ ਵੀ ਕੋਈ ਨਾ ਕੋਈ ਕੀਮਤੀ ਭੇਟਾ ਲੈ ਆਈਏ, ਸਤਿਗੁਰੂ ਕੇ ਦਰਸ਼ਨ ਕਰਨੇ ਨੇ। ਜਿਵੇਂ ਸਿੱਖ ਦੀ ਇੱਕ ਮਾਨਸਿਕਤਾ ਹੁੰਦੀ ਹੈ ਵੀ ਖਾਲੀ ਹੱਥ ਦਰਸ਼ਨ ਨਹੀਂ ਕਰਨਾ, ਕੋਈ ਨਾ ਕੋਈ ਭੇਟਾ ਰੱਖ ਕੇ ਹੀ ਸਤਿਗੁਰੂ ਦਾ ਦੀਦਾਰ ਕਰਨਾ ਹੈ। ਸੋ ਬਹੁਤ ਸਾਰੀਆਂ ਸੰਗਤਾਂ ਇਦਾਂ ਉਹ ਭੇਟਾ ਵੀ ਲਿਆ ਰਹੀਆਂ ਹਨ। ਪ੍ਰਥਮ ਕਰੈ ਦਰਸ਼ਨ ਹਰ ਖਾਏ, ਕਿਉਂਕਿ ਅੱਜ ਪਹਿਲੀ ਵਾਰ ਹੈ। ਤੇ ਵੇਖੋ ਗੁਰਮੁਖੋ ਕਿੰਨਾ ਸੁਭਾਗਾ ਸਮਾਂ ਹੋਣਾ। ਉਹ ਪਹਿਲੀ ਵਾਰ ਹੈ ਜਿਸ ਵਕਤ 10ਵੇਂ ਅਵਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਾਲ ਰੂਪ ਦੇ ਵਿੱਚ ਅੱਜ ਸੰਗਤ ਨੂੰ ਪਟਨੇ ਦੀ ਧਰਤੀ ਤੇ ਮੁਬਾਰਕ ਮੁਖ ਵੇਖਣ ਨੂੰ ਮਿਲੇਗਾ, ਦਰਸ਼ਨ ਹੋਵੇਗਾ ਉਸ ਨੂਰਾਨੀ ਚਿਹਰੇ ਦਾ ਜੋ ਬਾਲ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ। ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਕੇ ਦਰਸ਼ਨ ਹੋਣੇ ਹਨ। ਰੰਗਦਾਰ ਚਗਲੀ ਪਟ ਚੀਨ, ਤੇ ਬੜੇ ਸੋਹਣੇ ਵਸਤਰ ਤਿਆਰ ਕਰਵਾਏ ਗਏ ਹਨ। ਜੋ ਸਤਿਗੁਰੂ ਜੀ ਕੇ ਗਲ ਅੰਦਰ ਝੱਗਾ ਪਾਇਆ ਜਾਣਾ ਨਾ, ਜਿਵੇਂ ਆਪਾਂ ਕਹਿੰਦੇ ਹਾਂ ਬੱਚੇ ਦੇ ਛੋਟਾ ਜਿਹਾ ਝੱਗਾ ਨਿੱਕੇ ਜਿਹੇ ਆਕਾਰ ਦਾ, ਰੰਗਦਾਰ ਵਿਸ਼ੇਸ਼ ਵਸਤਰ ਦਾ ਜਿਹੜਾ ਝੱਗਾ ਹੈ ਉਹ ਤਿਆਰ ਕਰਕੇ ਲਿਆਂਦਾ ਗਿਆ ਹੈ। ਚਮਕਤ ਗੋਟਾ ਲੱਗਿਓ ਮਹੀਨ, ਜਿਹਦੇ ਉੱਪਰ ਬਰੀਕ ਮਹੀਨ ਕਢਾਈ ਕੀਤੀ ਹੋਈ ਹੈ ਤੇ ਵਿਸ਼ੇਸ਼ ਗੋਟੇ ਦੇ ਨਾਲ ਜਿਸ ਨੂੰ ਸਜਾਇਆ ਹੋਇਆ ਹੈ ਜੀ। ਅਨੇਕ ਭਾਂਤ ਕੀ ਹੋਤੀ ਸੋ ਤਿਆਰ, ਅਨੇਕਾਂ ਹੀ ਭਾਂਤ ਦੇ ਨਾਲ ਸਜਾ ਕੇ ਜਦੋਂ ਕੋਈ ਵਿਸ਼ੇਸ਼ ਡਰੈਸ ਜਿਵੇਂ ਆਪਾਂ ਕਹੀਏ ਨਾ ਤਿਆਰ ਕੀਤੀ ਜਾਂਦੀ ਹੈ ਤੇ ਉਹਦੇ ਤੇ ਵਿਸ਼ੇਸ਼ ਤਿਆਰੀ ਦੀ ਲੋੜ ਹੁੰਦੀ ਹੈ, ਉਹਨੂੰ ਬੜੇ ਤਰੀਕੇ ਦੇ ਨਾਲ ਸਜਾਇਆ ਜਾਂਦਾ। ਸੋ ਇਸ ਵਿਧਨਾ ਜਿਹੜੀ ਪੋਸ਼ਾਕ 10ਵੇਂ ਅਵਤਾਰ ਬਾਲਕ ਗੋਬਿੰਦ ਰਾਏ ਜੀ ਨੂੰ ਪਵਾਈ ਜਾਣੀ ਹੈ ਸਿੱਖ ਸੇਵਕਾਂ ਵੱਲੋਂ, ਉਹ ਵੀ ਪਹਿਲੇ ਹੀ ਵਿਸ਼ੇਸ਼ ਤਿਆਰੀ ਦੇ ਨਾਲ ਉਹ ਤਿਆਰ ਕਰਵਾ ਕੇ ਲਿਆਂਦੀ ਗਈ ਹੈ ਵੀ ਇਹ ਪੋਸ਼ਾਕ ਪਵਾ ਕੇ ਫਿਰ ਲਾਲ ਜੀ ਕੇ ਦਰਸ਼ਨ ਸਾਰੀ ਸੰਗਤ ਨੂੰ ਹੋਣਗੇ ਜੀ। ਦਰਸ਼ਨ ਕਰ ਅਰ ਪੈ ਤਿਸ ਬਾਰ, ਤੇ ਜਿਸ ਵਕਤ ਦਰਸ਼ਨ ਹੋਣਗੇ ਸਤਿਗੁਰੂ ਜੀ ਦਾ ਦੀਦਾਰ ਹੋਵੇਗਾ, ਕਿਉਂਕਿ ਹੁਣ ਮਾਤਾ ਜੀ ਨੇ ਹੁਕਮ ਤੇ ਦੇ ਹੀ ਦਿੱਤਾ ਹੈ। ਸੋ ਫਿਰ ਜਿਹੜੀਆਂ ਭਟਾਵਾਂ ਸੰਗਤ ਲਿਆ ਰਹੀ ਹੈ ਜਾਂ ਲੈ ਕੇ ਹਾਜ਼ਰ ਲਿਆ ਕੇ ਬੈਠੀ ਹੈ, ਸੋ ਸਭ ਫਿਰ ਮਹਾਰਾਜ ਜੀ ਕੇ ਚਰਨਾਂ ਅੰਦਰ ਭੇਟ ਹੋਣੀਆਂ ਹਨ। ਸੋ ਸੁਣ ਤਲਾਵਤ ਲਿਆਏ, ਸੋ ਸੁਣ ਜਿੱਥੇ ਵੀ ਕਿਸੇ ਸਿੱਖ ਨੂੰ ਇਹ ਖਬਰ ਮਿਲੀ, ਕਿਉਂਕਿ ਇਹ ਤਾਂ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਪਿਛਲੇ ਕਈ ਦਿਨਾਂ ਤੋਂ ਇਹ ਸਾਖੀ ਚੱਲ ਰਹੀ ਹੈ ਤੇ ਵਾਰ-ਵਾਰ ਜ਼ਿਕਰ ਆਉਂਦਾ ਹੈ ਕਿ ਪੂਰੇ ਪਟਨੇ ਸ਼ਹਿਰ ਦੇ ਵਿੱਚ ਹੀ ਇਸ ਗੱਲ ਦੀ ਅਤਿਅੰਤ ਖੁਸ਼ੀ ਹੈ। ਵੱਡਾ ਪੁਰਬ ਬਣਿਆ ਹੋਇਆ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਘਰ ਲਾਲ ਜੀ ਦਾ ਅਵਤਰਨ ਹੋਇਆ, ਪ੍ਰਗਟੇ ਨੇ ਸਤਿਗੁਰੂ। ਸੋ ਇਸ ਖੁਸ਼ੀ ਨੂੰ ਮੁੱਖ ਰੱਖਦਿਆਂ ਸੰਗਤ ਤੇ ਪਹਿਲੇ ਹੀ ਬਹੁਤ ਪ੍ਰਸੰਨ ਹੈ। ਅੱਜ ਫਿਰ ਹੁਕਮ ਹੋ ਗਿਆ ਵੀ ਅੱਜ ਲਾਲ ਜੀ ਦਾ ਸੰਗਤ ਨੂੰ ਦਰਸ਼ਨ ਹੋਣਾ ਹੈ। ਤੇ ਜਿੱਥੇ ਜਿੱਥੇ ਵੀ ਕਿਸੇ ਸਿੱਖ ਨੂੰ ਭਾਵਨਾ ਵਾਲੇ ਹਿਰਦੇ ਨੂੰ ਕਿਸੇ ਨੂੰ ਵੀ ਪਤਾ ਲੱਗਿਆ,
ਸੋ ਸੁਣ ਸੁਣ ਉਤਲਾਵਤ ਲਿਆਏ। ਬਸ ਫਿਰ ਉਹਨਾਂ ਨੇ ਦੇਰੀ ਨਹੀਂ ਕੀਤੀ ਗੁਰਮੁਖੋ, ਬਸ ਫਟਾਫਟ ਜਿਵੇਂ ਵੀ ਸੰਭਵ ਹੋਇਆ ਆਪਣੇ ਵੱਲੋਂ ਕੋਈ ਨਾ ਕੋਈ ਕੀਮਤੀ ਭੇਟਾ ਲੈ ਕਰਕੇ ਪਹੁੰਚਦੇ ਹਨ ਵੀ ਜਾ ਕਰਕੇ ਸਤਿਗੁਰੂ ਕੇ ਚਰਨਾਂ ਅੰਦਰ ਭੇਟ ਕਰਕੇ ਮਹਾਰਾਜ ਜੀ का पवित्र दर्शन पाना है। ਉਤੇ ਕਿਨਹੂ ਭੂਖਨ ਕਰਵਾਏ। ਬਹੁਤ ਸਾਰੇ ਭਾਵਨਾ ਵਾਲੇ ਹਿਰਦੇ ਐਸੇ ਵੀ ਸਨ ਜਿਨ੍ਹਾਂ ਨੇ ਉਸੇ ਵਕਤ ਤੁਰਤ ਗਹਿਣੇ ਖਰੀਦ ਲਿਆਂਦੇ ਨੇ, ਸੋਨੇ ਦੇ ਕੀਮਤੀ ਗਹਿਣੇ। ਉਤੇ ਕਿਨੂੰ ਭੂਖਣ ਕਰਵਾਏ, ਜਿਵੇਂ ਗਹਿਣਾ ਘੜਿਆ ਜਾਂਦਾ ਨਾ, ਤੇ ਵੈਸੇ ਤਾਂ ਆਪਾਂ ਵੇਖਦੇ ਹਾਂ ਵੀ ਸੁਨਾਰ ਤੋਂ ਜਦੋਂ ਲਈਏ ਥੋੜਾ ਸਮਾਂ ਲਾਉਂਦਾ ਉਹ, ਕੁਝ ਸਮੇਂ ਬਾਅਦ ਸਾਨੂੰ ਕਹਿੰਦਾ ਵੀ ਆਰਡਰ ਦੇ ਦਿਓ ਬਾਅਦ ਵਿੱਚ ਮਿਲੇਗਾ, ਲੇਕਿਨ ਕਈ ਵਾਰ ਉਹਨਾਂ ਨੇ ਕੁਝ ਗਹਿਣੇ ਪਹਿਲਾਂ ਘੜ ਕੇ ਰੱਖੇ ਹੁੰਦੇ ਹਨ, ਜਦੋਂ ਕੋਈ ਤੁਰਤ ਆਉਂਦਾ ਹੈ ਫਿਰ ਉਹਦਾ ਮੁੱਲ ਵਿੱਚੇ ਲੈ ਕੇ ਤੇ ਉਹਨੂੰ ਦੇ ਦਿੰਦੇ ਨੇ। ਸੋ ਇਸ ਵਿਧ ਕਈ ਭਾਵਨਾ ਵਾਲੇ ਜਿਹੜੇ ਹਿਰਦੇ ਜਿਨ੍ਹਾਂ ਪਾਸ ਧਨ ਦੀ ਬਹੁਤਾਤ ਹੋਵੇਗੀ, ਉਹ ਫਟਾਫਟ ਧਨ ਖਰਚ ਕੇ ਸਤਿਗੁਰੂ ਜੀ ਕੇ ਨਿਮਿਤ, ਜਿਵੇਂ ਬਾਲ ਜਦੋਂ ਬੱਚਾ ਛੋਟਾ ਹੁੰਦਾ ਹੈ ਉਹਦੇ ਹੱਥਾਂ ਵਿੱਚ ਪੈਰਾਂ ਵਿੱਚ ਕੜੇ ਆਦਿਕ ਪਾਏ ਜਾਂਦੇ ਨੇ, ਕੁਝ ਕੀਮਤੀ ਘੁੰਗਰੂਆਂ ਵਾਲੇ ਗਹਿਣੇ ਹੁੰਦੇ ਨੇ, ਇੱਕ ਸ਼ੋਭਾ ਹੈ ਸੁੰਦਰਤਾ ਦੀ। ਸੋ ਇਸ ਵਿਧ ਬਹੁਤ ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚੋਂ ਕੁਝ ਕੀਮਤੀ ਗਹਿਣੇ ਵੀ ਫਟਾਫਟ ਲੈ ਆਏ ਸਨ। ਦਰਸ਼ਨ ਕੀ ਪ੍ਰਤੀਖਨਾ ਵਾਰੇ। ਬਸ ਹੁਣ ਜਿਵੇਂ ਇੱਕ ਖਬਰ ਮਿਲ ਗਈ ਵੀ ਸਤਿਗੁਰੂ ਕਾ ਅੱਜ ਦਰਸ਼ਨ ਹੋਣਾ ਹੈ, ਇੱਧਰ ਮਾਮਾ ਕਿਰਪਾਲ ਚੰਦ ਜੀ ਸਾਰੀ ਤਿਆਰੀ ਕਰਵਾ ਰਹੇ ਸਨ, ਲੇਕਿਨ ਹੁਣ ਸੰਗਤ ਦੀ ਜਿਹੜੀ ਹੈ ਨਾ ਉਡੀਕ ਪ੍ਰਬਲ ਹੁੰਦੀ ਜਾਂਦੀ ਹੈ, ਜਿਵੇਂ ਲਾਲਸਾ ਵੱਧਦੀ ਜਾਂਦੀ ਹੈ ਵੀ ਹੁਣ ਕਦੋਂ ਸਮਾਂ ਬਣੇ, ਕਿੰਨਾ ਸਮਾਂ ਹੋਰ ਲੱਗੇਗਾ। ਪ੍ਰਤੀਖਿਆ ਜਿਹੜੀ ਹੈ ਹੁਣ ਉਹ ਪ੍ਰਤੀਖਿਆ ਕਰਨੀ ਕਠਿਨ ਹੁੰਦੀ ਹੈ। ਪਹੁੰਚਤ ਪੀ ਸਿੱਖ ਸੇਵਕ ਸਾਰੇ। ਪਰੰਤੂ ਮਾਤਾ ਜੀ ਤੇ ਮਾਮਾ ਕਿਰਪਾਲ ਚੰਦ ਜੀ ਆਦਿ ਕੇ ਸਾਰੇ ਇਸ ਉਡੀਕ ਵਿੱਚ ਸਨ ਵੀ ਸਾਰੀ ਸੰਗਤ ਹੁਣ ਗੁਰੂ ਘਰ ਵਿੱਚ ਹਾਜ਼ਰ ਹੋ ਹੀ ਲਵੇ। ਫਿਰ ਜਿੱਥੇ ਲਾਲ ਜੀ ਨੂੰ ਭੀਖਮ ਸ਼ਾਹ ਨੇ ਦਰਸ਼ਨ ਕਰਨੇ ਨੇ, ਉੱਥੇ ਫਿਰ ਸਾਰੀ ਸੰਗਤ ਵੀ ਨਾਲ ਦਰਸ਼ਨ ਕਰ ਲਵੇਗੀ, ਕਿਉਂਕਿ ਸੰਗਤ ਦੀ ਵੀ ਤੇ ਰੋਜ਼ ਦੀ ਇਹੀ ਇੱਛਾ ਹੈ, ਬੇਅੰਤ ਸੰਗਤਾਂ ਆਉਂਦੀਆਂ ਹਨ ਵੀ ਲਾਲ ਜੀ ਦਾ ਦੀਦਾਰ ਹੋਵੇ। ਸੋ ਇਸ ਵਿਧ ਇੱਕ ਉਡੀਕ ਹੈ ਵੀ ਸਾਰੀ ਸਿੱਖ ਸੰਗਤ ਅੱਜ ਸਤਿਗੁਰੂ ਕੇ ਘਰ ਅੰਦਰ ਇਕੱਤਰ ਹੋ ਜਾਏ, ਸਭ ਨੂੰ ਹੀ ਦਰਸ਼ਨ ਕਰਵਾਇਆ ਜਾਣਾ ਹੈ। ਇਸ ਵਿਧ ਇਹ ਤਿਆਰੀ ਜਿਹੜੀ ਹੈ ਮਾਤਾ ਨਾਨਕੀ ਜੀ ਕੇ ਹੁਕਮ ਸਹਿਤ ਹੋ ਰਹੀ ਹੈ। ਦੋਹਰਾ ਫਰਸ ਗਲੀਚੇ ਗਿਲਮ ਕੋ ਰਹਿਓ ਰੁਚਿਤਿਕ ਸਾਰ। ਕੰਚਨ ਖਚਤ ਪ੍ਰਿਯੰਕ ਕੇ ਆਸਤਰਨ ਦਿਸ ਚਾਰ। ਇਸ ਤੋਂ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰ ਰਹੇ ਹਨ ਕਿ ਜਿਸ ਵਿਧ ਨਾਲ ਸਤਿਗੁਰੂ ਜੀ ਕੇ ਦੀਦਾਰ ਕਰਨ ਤੋਂ ਪਹਿਲਾਂ ਉਹ ਸਾਰੀ ਤਿਆਰੀ ਕਰਵਾਈ ਗਈ, ਜਿਵੇਂ ਸੁੰਦਰ ਪਲੰਗ ਵਿਛਾਇਆ ਗਿਆ, ਉੱਪਰ ਮਖਮਲੀ ਗਰਮ ਗਲੀਚੇ ਲਾਏ ਗਏ ਨੇ, ਫਰਸ਼ ਗਲੀਚੇ ਗਿਲਮ ਕੋ ਗਰਮ ਗਰਮ, ਕਿਉਂਕਿ ਉਸ ਵਕਤ ਸਰਦ ਰੁੱਤ ਹੈ, ਪੋਹ ਦਾ ਮਹੀਨਾ ਹੈ, ਪੋਹ ਸੁਦੀ 7ਵੀਂ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਸੀ, ਕੁਝ ਦਿਨ ਬਤੀਤ ਹੋਏ ਨੇ, ਮਹੀਨਾ ਪੋਹ ਦਾ ਹੈ, ਠੰਡ ਦੀ ਅਤੇ ਸਰਦੀ ਦੀ ਰੁੱਤ ਹੈ, ਗਰਮ ਗਲੀਚੇ ਵਿਛਵਾਏ ਗਏ ਨੇ। ਹੋਰ ਬਹੁਤ ਸਾਰੀਆਂ ਤਿਆਰੀਆਂ ਹਨ, ਜਿਵੇਂ ਇੱਕ ਵਿਸ਼ੇਸ਼ ਪਲੰਗ ਬਣਵਾਇਆ ਗਿਆ, ਮੰਗਵਾਇਆ ਗਿਆ, ਤੇ ਇੱਥੋਂ ਤੱਕ ਵੀ ਭਾਈ ਸਾਹਿਬ ਜੀ ਹੋਰਾਂ ਜ਼ਿਕਰ ਕੀਤਾ ਵੀ ਉਹ ਇਤਨਾ ਕੀਮਤੀ ਪਲੰਗ ਹੈ ਜਿਸ ਤੇ ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਦਰਸ਼ਨ ਦੇਣੇ ਹਨ। ਉਸ ਪਲੰਗ ਦੇ ਜਿਹੜੇ ਪਾਵੇ ਹਨ ਉਹ ਵੀ ਸੋਨੇ ਦੇ ਬਣੇ ਹੋਏ ਹਨ, ਸੋਨੇ ਦਾ ਉਹਨਾਂ ਦੇ ਉੱਪਰ ਕੰਮ ਹੋਇਆ। ਸੋ ਇਸ ਵਿਧ ਨਾ ਇੱਕ ਵਿਸ਼ੇਸ਼ ਤਿਆਰੀ ਕਹਿ ਲਈਏ, ਬੜੀ ਵਿਸ਼ੇਸ਼ ਤਿਆਰੀ, ਸੁੰਦਰ ਗਲੀਚੇ, ਥੱਲੇ ਫਰਸ਼ ਤੇ ਵੀ ਗਲੀਚੇ ਆਦਿਕ ਵਿਛਾਏ ਗਏ ਸੋਹਣੇ ਰੂਪ ਦੇ ਵਿੱਚ ਵੱਡੇ ਪੱਧਰ ਤੇ, ਕਿਉਂਕਿ ਬੇਅੰਤ ਸੰਗਤਾਂ ਨੇ ਦੀਦਾਰ ਪਾਉਣਾ ਹੈ। ਸੋ ਇਹ ਜਿਹੜੀ ਸਾਰੀ ਤਿਆਰੀ ਹੈ ਭਾਈ ਕਿਰਪਾਲ ਦਾਸ ਜੀ ਗੁਰੂ ਕੇ ਸਿੱਖਾਂ ਨੂੰ ਹੁਕਮ ਦੇ ਕੇ ਕਰਵਾਉਂਦੇ ਹਨ। ਚੌਪਈ ਮਿਰਦਲ ਮਨੋਗ ਤਰੇ ਉਪਦਾਨ। ਬਹੁਤ ਸੁੰਦਰ ਸੂਖਮ ਸਿਰਾਣੇ, ਉਪਦਾਨ ਦਾ ਅਰਥ ਹੁੰਦਾ ਹੈ ਬ੍ਰਿਜ ਭਾਸ਼ਾ ਦੇ ਵਿੱਚ ਸਿਰਾਣਾ। ਸੁੰਦਰ ਬਹੁਤ ਸੂਖਮ, ਜਿਵੇਂ ਆਪਾਂ ਕਹਿ ਲਈਏ ਨਰਮ ਹੁੰਦੇ ਨਾ, ਬਿਲਕੁਲ ਮਖਮਲੀ ਨਰਮ ਸਿਰਾਣੇ ਸੂਖਮ, ਉਹ ਮੰਗਵਾ ਕਰਕੇ ਤੇ ਇਸ ਪਲੰਗ ਤੇ ਸਜਾਏ ਗਏ ਹਨ। ਸੇਜ ਬੰਦ ਸੁਟ ਜਰੀ ਮਹਾਨ। ਤੇ ਇਸ ਦੇ ਉੱਪਰ ਵੀ ਸੇਜ ਬੰਦ ਦੇ ਵੈਸੇ ਅਰਥ ਹੁੰਦੇ ਨੇ ਕਿ ਜਦੋਂ ਕੋਈ ਵਿਸ਼ੇਸ਼ ਪਲੰਗ ਤਿਆਰ ਕੀਤਾ ਜਾਂਦਾ ਨਾ, ਉਹਦੇ ਤੇ ਇੱਕ ਬੜਾ ਹੀ ਬੇਸ਼ਕੀਮਤੀ ਵਸਤਰ ਵਿਛਾ ਕਰਕੇ ਤੇ ਉਹਦੀਆਂ ਜਿਹੜੀਆਂ ਚਾਰੇ ਦਿਸ਼ਾਵਾਂ ਹੁੰਦੀਆਂ ਨੇ, ਉਹ ਪਲੰਗ ਦੇ ਚਾਰੇ ਜਿਹੜੇ ਪਾਵੇ ਹੁੰਦੇ ਨੇ ਉਹਦੇ ਨਾਲ ਇੱਕ ਵਿਸ਼ੇਸ਼ ਕਿਸਮ ਦੀ ਰੱਸੀ ਜਿਹੜੀ ਹੈ ਉਹਦੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਉਹ ਇੱਕ ਤਿਆਰੀ ਕੀਤੀ ਜਾਂਦੀ ਹੈ ਕਿ ਉਹਦੇ ਪਲੰਗ ਦੇ ਪਾਵਿਆਂ ਦੇ ਨਾਲ ਉਸ ਵਸਤਰ ਨੂੰ ਮੁਕੰਮਲ ਤੌਰ ਤੇ ਇੱਕ ਰੱਸੀ ਨਾਲ ਬੰਨ੍ਹ ਦਿੱਤਾ ਜਾਂਦਾ, ਤਾਂ ਜੋ ਇਹਦੇ ਉੱਪਰ ਇਹਦੀ ਵਰਤੋਂ ਦੌਰਾਨ ਇਹ ਜਿਹੜਾ ਵਸਤਰ ਹੈ ਇਕੱਠਾ ਨਾ ਹੋ ਸਕੇ।
ਐਨ ਪੂਰੀ ਤਿਆਰੀ ਹੋ ਜਾਂਦੀ ਹੈ। ਇਸ ਵਿਧ ਇਹ ਜਿਹੜਾ ਪਲੰਗ ਹੈ ਇਹ ਤਿਆਰ ਹੁੰਦਾ ਹੈ। ਸ਼੍ਰੀ ਗੁਜਰੀ ਡਿਗ ਹੋਏ ਕਿਰਪਾਲ। ਫਿਰ ਭਾਈ ਕਿਰਪਾਲ ਦਾਸ ਜੀ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਪਾਸ ਪਹੁੰਚਦੇ ਹਨ। ਦੋਏ ਹਾਥਨ ਪਰ ਲੈ ਬਰਬਾਲ। ਫਿਰ ਭਾਈ ਕਿਰਪਾਲ ਦਾਸ ਜੀਆਂ ਨੇ, ਕਿਉਂਕਿ ਭਾਈ ਕਿਰਪਾਲ ਦਾਸ ਜੀ ਮਾਤਾ ਗੁਜਰ ਕੌਰ ਜੀ ਦੇ ਭਰਾਤਾ ਹਨ ਤੇ ਨਾਤੇ ਦੇ ਵਿੱਚ ਲਾਲ ਗੋਬਿੰਦ ਰਾਏ ਜੀ ਦੇ ਮਾਮਾ ਜੀ ਲੱਗਦੇ ਨੇ। ਫਿਰ ਮਾਮਾ, ਅਸੀਂ ਸ਼ਬਦ ਵੀ ਇੱਥੇ ਇਤਿਹਾਸ ਵਿੱਚ ਬਹੁਤਾਤ ਵਿੱਚ ਸ਼ਬਦ ਮਾਮਾ ਕਿਰਪਾਲ ਚੰਦ ਹੀ ਵਰਤਿਆ ਜਾਂਦਾ ਹੈ। ਸੋ ਇਦਾਂ ਮਾਮਾ ਕਿਰਪਾਲ ਚੰਦ ਜੀ ਹੋਰਾਂ ਨੇ ਫਿਰ ਉਸ ਲਾਲ ਗੋਬਿੰਦ ਰਾਏ ਸਤਿਗੁਰਾਂ ਜੀਆਂ ਨੂੰ ਆਪਣੀਆਂ ਮੁਬਾਰਕ ਹੱਥਾਂ ਤੇ ਚੁੱਕਣਾ ਕੀਤਾ ਹੈ। ਮੰਦ ਮੰਦ ਕਰ ਅਦਬ ਕਨੇਰਾ। ਤੇ ਬੜੇ ਸਹਿਜ ਸਹਿਜ ਦੇ ਨਾਲ, ਜਿਸ ਵਕਤ ਲਾਲ ਜੀਆਂ ਨੂੰ ਆਪਣੇ ਕੁੱਛੜ ਲੈ ਲਿਆ ਨਾ, ਕਿਉਂਕਿ ਆਰਬਲਾ ਛੋਟੀ ਹੈ, ਸਰਦ ਰੁੱਤ ਹੈ, ਬੜੇ ਸੰਭਾਲ ਕੇ ਫਿਰ ਸਹਿਜ ਸਹਿਜ ਦੇ ਨਾਲ ਬੜੇ ਅਦਬ ਦੇ ਨਾਲ ਮਾਤਾ ਜੀਆਂ ਤੋਂ ਉਸ ਕਮਰੇ ਤੋਂ ਉਸ ਪਵਿੱਤਰ ਸਥਾਨ ਤੇ ਲਿਆ ਰਹੇ ਸਨ ਜਿੱਥੇ ਪਲੰਗ ਤਿਆਰ ਹੋਇਆ ਤੇ ਜਿਸ ਸਥਾਨ ਤੇ ਲਿਟਾ ਕਰਕੇ ਦਰਸ਼ਨ ਕਰਵਾਉਣੇ ਹਨ। ਸ਼੍ਰੀ ਗੁਰ ਕੋ ਲਿਆਏ ਤਿਸ ਬੇਰਾ। ਸ੍ਰੀ ਗੁਰੂ ਸਤਿਗੁਰੂ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਹੋਰਾਂ ਨੂੰ ਮਾਤਾ ਜੀਆਂ ਤੋਂ ਲੈ ਕਰਕੇ ਭਾਈ ਕਿਰਪਾਲ ਚੰਦ ਜੀ ਉਸ ਦਰਸ਼ਨੀ ਸਥਾਨ ਤੱਕ ਲੈ ਕੇ ਆਉਂਦੇ ਹਨ। ਸੂਰਜ ਮੁਖੀ ਹਾਥ ਗਏ ਆਗੇ। ਸੂਰਜ ਮੁਖੀ ਹਾਥ ਗਏ ਆਗੇ, ਕਿਉਂਕਿ ਦਿਨ ਵੇਲੇ ਦਰਸ਼ਨ ਹੁੰਦੇ ਨੇ, ਭਾਵਾਂ ਕਿ ਰੁੱਤ ਸਰਦੀ ਦੀ ਹੈ, ਲੇਕਿਨ ਸੂਰਜ ਤੇ ਤਪਦਾ ਸਿਆਲ ਦੇ ਦਿਨਾਂ ਵਿੱਚ ਵੀ ਨਿਕਲਦਾ। ਫਿਰ ਨਾ ਇੱਕ ਸੂਰਜਮੁਖੀ ਇੱਕ ਵਿਸ਼ੇਸ਼ ਕਿਸਮ ਦਾ ਇੱਕ ਪੱਖਾ ਹੁੰਦਾ ਗੁਰਮੁਖੋ, ਗੋਲਾਕਾਰ ਦਾ ਇਹਦਾ ਆਕਾਰ ਹੁੰਦਾ ਤੇ ਉਹ ਇਸ ਕਰਕੇ ਵਰਤਿਆ ਜਾਂਦਾ ਵੀ ਜਦੋਂ ਕਿਸੇ ਬੱਚੇ ਨੂੰ ਕਿਸੇ ਇਦਾਂ ਬਾਹਰ ਚਾਨਣ ਵਿੱਚ ਕੱਢਿਆ ਜਾਂਦਾ ਤੇ ਉਹਦੇ ਅੱਗੇ ਕਰ ਦਿੱਤਾ ਜਾਂਦਾ ਤਾਂ ਜੋ ਸੂਰਜ ਦਾ ਸਿੱਧਾ ਪ੍ਰਭਾਵ ਉਹਦੇ ਤਨ ਤੇ ਨਾ ਪਵੇ। ਇੱਕ ਕਿਸਮ ਦਾ ਇੱਕ ਵਿਸ਼ੇਸ਼ ਪੱਖਾ ਹੁੰਦਾ। ਸੋ ਇੱਕ ਸਿੱਖ ਨੇ ਇਦਾਂ ਮਾਮਾ ਕਿਰਪਾਲ ਚੰਦ ਜੀ ਨੇ ਜਿਸ ਵਕਤ ਕੁੱਛੜ ਲਿਆ ਲਾਲ ਜੀ ਨੂੰ, ਸਿੱਖ ਨੇ ਅੱਗੇ ਸੂਰਜਮੁਖੀ ਕੀਤਾ ਵੀ ਬਾਹਰ ਦਾ ਜਿਹੜਾ ਚਾਨਣ ਹੈ ਉਹ ਇੱਕਦਮ ਇਹਨਾਂ ਦੇ ਉੱਪਰ ਨਾ ਪਵੇ। ਕਈ ਵਾਰ ਐਸਾ ਹੁੰਦਾ ਹੈ ਵੀ ਉਹ ਜਿਹੜਾ ਚਾਨਣ ਹੈ ਉਸ ਨਵੇਂ ਜਨਮੇ ਹੋਏ ਬੱਚੇ ਨੂੰ ਉਹ ਤਾਪ ਚੱਲਣਾ ਔਖਾ ਹੁੰਦਾ ਹੈ। ਉਹ ਸਹਿਜੇ ਸਹਿਜੇ ਜਿਹੜੇ ਸਾਡੇ ਇੰਦਰੇ ਨੇ ਉਹ ਪ੍ਰਭਾਵ ਨੂੰ ਪ੍ਰਵਾਨ ਕਰਦੇ ਨੇ। ਇਸ ਲਈ ਬੜੀ ਵਿਸ਼ੇਸ਼ ਤਿਆਰੀ ਹੈ, ਇੱਕ ਬੜੀ ਸੂਖਮ ਤਿਆਰੀ ਵੀ ਅਸੀਂ ਇਹਨੂੰ ਕਵਾਂਗੇ। ਸੋ ਇਸ ਵਿਧ ਨਾ ਮਾਮਾ ਕਿਰਪਾਲ ਚੰਦ ਜੀ ਬੜੇ ਤਰੀਕੇ ਨਾਲ ਸਿੱਖ ਸੰਗਤ ਦੇ ਨਾਲ ਆਪਣੇ ਸਿੱਖ ਸੇਵਕਾਂ ਦੇ ਨਾਲ ਲਾਲ ਜੀਆਂ ਨੂੰ ਉਸ ਪਲੰਗ ਤੱਕ ਲਿਆ ਰਹੇ ਸਨ ਕਿ ਸੂਰਜ ਦਿਸ ਧੂਪ ਨਾ ਲਾਗੇ। ਕਿ ਸੂਰਜ ਵੱਲੋਂ ਜਿਹੜੀ ਧੁੱਪ ਹੈ ਉਹ ਇਹਨਾਂ ਦੇ ਤਨ ਤੇ ਸਿੱਧੀ ਨਾ ਪਵੇ ਜੀ। ਚਾਰ ਚਮਰਲੇ ਕਰ ਪਾ ਪਾਛੇ। ਤੇ ਫਿਰ ਇੱਕ ਜਿਹੜਾ ਸਿੱਖ ਹੈ ਉਸਨੇ ਆਪਣੇ ਹੱਥ ਵਿੱਚ ਇੱਕ ਕੀਮਤੀ ਚੌਰ ਫੜਿਆ ਹੋਇਆ ਤੇ ਉਹ ਜਿਹੜਾ ਸਿੱਖ ਹੈ ਬੜੇ ਅਦਬ ਨਾਲ ਲਾਲ ਗੋਬਿੰਦ ਰਾਏ 10ਵੇਂ ਅਵਤਾਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਲਪਨੇ ਦੇ ਵਿੱਚ ਉਹਨਾਂ ਦੇ ਸੀਸ ਤੇ ਚੌਰ ਝੁਲਦਾ ਹੈ। ਬੜੀ ਵੱਡੀ ਕਿਰਪਾ ਹੈ ਮਹਾਰਾਜ ਜੀ ਕੇ ਸੀਸ ਦੇ ਉੱਪਰ। ਅਜੇ ਆਰਬਲਾ ਕੁਝ ਦਿਨਾਂ ਦੀ ਹੈ ਗੁਰਮੁਖੋ ਜਿਹੜੀ ਸਾਖੀ ਚੱਲ ਰਹੀ ਹੈ, ਮਹੀਨਾ ਵੀ ਪੂਰਾ ਨਹੀਂ ਅਸੀਂ ਕਹਿ ਸਕਦੇ, ਕੁਝ ਦਿਨਾਂ ਦੀ। ਸੋ ਉਸ ਵਕਤ ਹੀ ਇੱਕ ਸਿੱਖ ਬੜੇ ਅਦਬ ਭਾਵਨਾ ਸਹਿਤ ਲਾਲ ਜੀ ਕੇ ਸੀਸ ਦੇ ਉੱਪਰ ਇੱਕ ਵਿਸ਼ੇਸ਼ ਕੀਮਤੀ ਚੌਰ ਝੁਲਾ ਰਿਹਾ ਸੀ। ਜਿਸ ਵਕਤ ਲਾਲ ਜੀ ਨੂੰ ਕੁੱਛੜ ਮਾਮਾ ਜੀ ਲਿਆ ਰਹੇ ਸਨ ਉਸ ਆਸਨ ਤੱਕ ਜਿਹੜਾ ਉਹਨਾਂ ਨੂੰ ਦਰਸ਼ਨ ਕਰਵਾਉਣ ਦੇ ਲਈ ਤਿਆਰ ਕੀਤਾ ਗਿਆ ਹੈ। ਕਰਤ ਟੁਰਾਵਨ ਇਤ ਉਤੇ ਆਛੇ। ਤੇ ਬੜੇ ਤਰੀਕੇ ਦੇ ਨਾਲ ਚੌਰ ਝੁਲਾਉਂਦੇ ਹਨ, ਕਿਉਂਕਿ ਚੌਰ ਦੀ ਵੀ ਗੁਰਮੁਖੋ ਇੱਕ ਆਪਣੀ ਮਰਿਆਦਾ ਹੁੰਦੀ ਹੈ। ਵੈਸੇ ਤਾਂ ਅੱਜ ਜੋ ਤਰੀਕਾ ਅਸੀਂ ਵਰਤ ਰਹੇ ਹਾਂ ਨਾ, ਮੇਰਾ ਖਿਆਲ ਹੈ ਮਰਿਆਦਾ ਤੋਂ ਅਸੀਂ ਬਹੁਤ ਅਗਾਂਹ ਲੰਘ ਚੁੱਕੇ ਹਾਂ। ਚੌਰ ਨੂੰ ਝੁਲਾਉਣਾ ਬੜੇ ਤਰੀਕੇ ਦੇ ਨਾਲ, ਖਾਸ ਕਰਕੇ ਸਤਿਗੁਰੂ ਜੀ ਕੀ ਜਿਹੜੀ ਚੌਰ ਦੀ ਸੇਵਾ ਹੈ ਨਾ, ਜੇ ਕਿਤੇ ਪੁਰਾਤਨ ਪਰੰਪਰਾਵਾਂ ਵਿੱਚੋਂ ਵੇਖੀਏ ਸਿੱਖ ਏਡੇ ਅਦਬ ਨਾਲ ਕਰਦੇ ਸਨ ਕਿ ਸਤਿਗੁਰੂ ਕੇ ਸੀਸ ਤੇ ਹਰ ਵਕਤ ਚੌਰ ਤੇ ਬੜੇ ਭਾਵਨਾ ਪਿਆਰ ਦੇ ਨਾਲ ਬੜੇ ਤਰੀਕੇ ਸਹਿਜ ਵਿੱਚ ਟਿਕ ਕਰਕੇ। ਇਹ ਇਦਾਂ ਨਹੀਂ ਵੀ ਸਾਡੇ ਵਾਂਗ ਜਿਵੇਂ ਆ ਚੌਰ ਫੜਿਆ ਕੋਈ ਕਿੱਧਰੋਂ ਗੇੜਾ ਦਿੰਦਾ, ਕੋਈ ਕਿਸੇ ਪਾਸੇ, ਕੋਈ ਸਮਝ ਨਹੀਂ ਆਉਂਦੀ ਵੀ ਇਹ ਚੌਰ ਸਭ ਹੋ ਰਿਹਾ ਹੈ ਕਿ ਕੀ ਖੇਡ ਕੀ ਚੱਲ ਰਹੀ ਹੈ। ਭਾਈ ਸਾਹਿਬ ਜੀ ਨੇ ਸ਼ਬਦ ਵਰਤਿਆ ਕਰਤ ਡਰਾਵਤ, ਇੱਥੇ ਉੱਤੇ ਆ ਗਿਆ। ਚੌਰ ਵੀ ਕਰ ਰਹੇ ਨੇ ਲੇਕਿਨ ਇਹ ਵੀ ਖਿਆਲ ਹੈ ਵੀ ਲਾਲ ਜੀਆਂ ਨੂੰ ਇਹਦੀ ਹਵਾ ਵੀ ਨਾ ਲੱਗੇ। ਅਦਬ ਵੀ ਹੈ ਤੇ ਉਹਦੇ ਵਿੱਚ ਮਰਿਆਦਾ ਵੀ ਹੈ ਤੇ ਇੰਨੇ ਸਹਿਜ ਵਿੱਚ ਇੰਨੇ ਟਿਕ ਕੇ ਉਹ ਚੌਰ ਝੁਲਾ ਰਹੇ ਨੇ ਉਹਨਾਂ ਦੇ ਉੱਪਰ, ਜਿਵੇਂ ਬੜੇ ਹੀ ਆਰਾਮ ਦੇ ਨਾਲ ਕਦੇ ਹੱਥ ਨੂੰ ਇਸ ਪਾਸੇ ਕਰਦੇ ਹੋਏ ਤੇ ਕਦੇ ਇਸ ਪਾਸੇ ਕਰਦੇ ਹੋਏ। ਤੇ ਉਹ ਐਡੀ ਕਾਲੀ ਨਹੀਂ ਅਸੀਂ ਕਹਿ ਸਕਦੇ ਵੀ ਫਟਾਫਟ, ਕਿਉਂਕਿ ਜੇ ਫਟਾਫਟ ਕਰੀਏ ਤਾਂ ਉਹਦੇ ਵਿੱਚ ਬੜਾ ਕੁਝ ਵਿਗੜ ਵੀ ਜਾਂਦਾ। ਕਈ ਵਾਰ ਸਤਿਗੁਰੂ ਜੀ ਕੀ ਬੇਅਦਬੀ ਅਸੀਂ ਕਰ ਬੈਠੇ ਹਾਂ, ਕਈ ਵਾਰ ਚੌਰ ਦੀ ਬੇਅਦਬੀ ਹੋ ਜਾਂਦੀ ਹੈ।
ਸੋ ਇੰਨੇ ਅਦਬ ਨਾਲ, ਭਾਵਨਾ ਨਾਲ ਜਿਹੜਾ ਸਿੱਖ ਹੈ ਉਹ ਸਤਿਗੁਰੂ ਜੀ ਕੇ ਸੀਸ ਤੋਂ ਲੈ ਕਰਕੇ ਪੂਰੇ ਮੁਕੰਮਲ ਸਰੀਰ ਤੱਕ ਬੜੇ ਸਹਿਜ ਵਿੱਚ ਚੌਰ ਦੀ ਸੇਵਾ ਕਰ ਰਿਹਾ ਹੈ ਜੀ। ਗਾਵਣ ਲੱਗੇ ਸ਼ਬਦ ਸੁਖਕਾਰੀ, ਤੇ ਨਾਲ ਹੀ ਆਪਣੇ ਮੁਖ ਤੋਂ ਵੀ ਉਹ ਸ਼ਬਦ ਗਾ ਰਹੇ ਨੇ। ਤੇ ਇੱਧਰ ਜਿਹੜੇ ਰਵਾਬੀ ਸਿੰਘ ਬੁਲਾਏ ਗਏ ਨੇ, ਪਹਿਲਾਂ ਜ਼ਿਕਰ ਆਇਆ ਸਾਖੀ ਵਿੱਚ, ਉਹਨਾਂ ਨੇ ਵੀ ਆ ਕੇ ਸਤਿਗੁਰੂ ਜੀ ਕੀ ਅੰਮ੍ਰਿਤ ਬਾਣੀ ਦੇ ਸ਼ਬਦਾਂ ਦਾ ਕੀਰਤਨ ਪ੍ਰਾਰੰਭ ਕਰ ਦਿੱਤਾ ਹੈ ਜੀ। ਰਾਗ ਰਾਗਨੀ ਰਚਿਤ ਮਜਾਰੀ, ਸ਼ਬਦ ਨੂੰ ਰਾਗ ਵਿੱਚ ਜਾਂ ਰਾਗਨੀ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਅੰਦਰ ਆਪਾਂ ਵੇਖਦੇ ਆ ਨਾ, ਜਿੰਨੀ ਬਾਣੀ ਹੈ ਇਹ ਰਾਗਬੱਧ ਬਾਣੀ ਹੈ। ਇਹਦੇ ਵਿੱਚ ਰਾਗ ਨੇ 31 ਰਾਗਾਂ ਦੀ ਗਿਣਤੀ ਵਿਦਵਾਨ ਕਰ ਰਹੇ ਨੇ, ਆਪਾਂ ਨੂੰ ਪਤਾ ਹੈ। ਲੇਕਿਨ ਇਹ ਸਾਰੇ ਜਿਹੜੇ ਰਾਗ ਨੇ ਇਹਨਾਂ ਵਿੱਚੋਂ ਕੁਝ ਸੰਗੀਤ ਦੇ ਵਿੱਚ ਰਾਗਣੀਆਂ ਨੇ, ਜਿਵੇਂ ਸੋਰਠ ਰਾਗਣੀ ਹੈ। ਇਦਾਂ ਕਰਕੇ ਕੁਝ ਰਾਗਣੀਆਂ ਨੇ ਜਿਨ੍ਹਾਂ ਦੇ ਕੁਝ ਮਾਤਰਾ ਹੀ ਤਾਲਮੇਲ ਕਰਨ ਤੋਂ ਬਾਅਦ ਉਹ ਗਾਉਣ ਦਾ ਇੱਕ ਵਿਸ਼ੇਸ਼ ਢੰਗ ਹੁੰਦਾ ਹੈ। ਸੋ ਇਸ ਵਿਧ ਨਾਲ ਜਿਹੜੇ ਉਹ ਸ਼ਬਦ ਜਿਸ ਰਾਗ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ, ਜਾਂ ਜਿਹੜੀ ਰਾਗਣੀ ਦੇ ਸ਼ਬਦ ਨੇ, ਰਾਗ ਰਵਾਬੀ ਬੜੇ ਹੀ ਪਿਆਰ ਸਹਿਤ ਉਹਨਾਂ ਸ਼ਬਦਾਂ ਨੂੰ ਉਸੇ ਹੀ ਰਾਗ ਦੇ ਅੰਦਰ ਗਾ ਰਹੇ ਸਨ। ਬੱਜੈ ਰਬਾਬ ਮਿਰਦੰਗੀ ਉਧਾਰਾ, ਇੱਕ ਰਬਾਬ ਜੋ ਸਤਿਗੁਰੂ ਜੀ ਕੇ ਘਰ ਦਾ ਪ੍ਰਮਾਣਿਕ ਸਾਜ਼ ਹੈ, ਕੀਰਤਨ ਦੇ ਵਿੱਚ ਬਹੁਤਾਤ ਚ ਵਰਤਿਆ ਜਾਂਦਾ ਸੀ। ਮੁੱਢ ਤੋਂ ਹੀ ਇਹਦੇ ਕੀਰਤਨ ਦੀ ਪ੍ਰਾਰੰਭਤਾ ਹੀ ਗੁਰੂ ਨਾਨਕ ਸਾਹਿਬ ਨੇ ਇਹਦੇ ਨਾਲ ਕੀਤੀ ਹੈ। ਦੂਜਾ ਮ੍ਰਿਦੰਗ ਤਾਲ ਦੇਣ ਦੇ ਲਈ। ਸੋ ਇਹ ਦੋ ਸਾਜ਼ ਜਿਹੜੇ ਨੇ ਉਸ ਵਕਤ ਰਬਾਬੀ ਉਸ ਵਕਤ ਵਜਾ ਰਹੇ ਹਨ, ਜਿਹਦੇ ਨਾਲ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ। ਜਿਨ ਕੋ ਸ਼ਰਵਨ ਦੇਤ ਸੁਖ ਭਾਰਾ, ਤੇ ਜਦੋਂ ਹੁਣ ਰਬਾਬ ਵੱਜਦੀ ਹੈ ਤੇ ਸ਼ਬਦ ਉਚਾਰਨ ਹੁੰਦਾ ਹੈ, ਮ੍ਰਿਦੰਗ ਤੋਂ ਤਾਲ ਵੱਜਦਾ ਹੈ ਤੇ ਸ਼ਬਦ। ਤੇ ਜਦੋਂ ਕਿਤੇ ਗਾਉਣ ਵਾਲਾ ਰਬਾਬੀ ਜਿਹੜਾ ਹੈ ਟਿਕ ਕੇ ਇਸ ਸਾਜ਼ ਨੂੰ ਵਿੱਚ ਪਾ ਕੇ, ਵਿੱਚ ਪਾਉਣ ਤੋਂ ਭਾਵ ਹੈ ਸਾਜ਼ ਦੇ ਅਨੁਸਾਰ ਸ਼ਬਦ ਦਾ ਗਾਇਨ ਕਰਦਾ ਹੈ, ਫਿਰ ਜਿਹੜੇ ਵੀ ਬੈਠੇ ਹਨ ਸੁਣਨ ਵਾਲੇ ਹਨ ਨਾ, ਗੁਰਮੁਖੋ ਸਰੋਤੇ ਜਨ ਜਿਹੜੇ ਨੇ, ਬਸ ਫਿਰ ਉਹ ਸ਼ਬਦ ਦੀ ਧੁਨੀ ਵਿੱਚ ਮੰਤਰ ਮੁਗਧ ਹੋ ਜਾਂਦੇ ਨੇ। ਅਸਲ ਵਿੱਚ ਇਹ ਕੀਰਤਨ ਦੀ ਅਸਲ ਵਿਧੀ ਹੈ। ਇਹ ਕੀਰਤਨ ਦਾ ਇਉਂ ਕਹਿ ਲਈਏ ਤੁਰਾ ਹੈ, ਕਿਉਂਕਿ ਜਦੋਂ ਉਸ ਸ਼ਬਦ ਨੂੰ ਉਸੇ ਹੀ ਰਾਗ ਵਿੱਚ, ਉਸੇ ਹੀ ਪ੍ਰਮਾਣਿਤ ਸਾਜ਼ ਦੇ ਵਿੱਚ ਟਿਕ ਕੇ ਕੋਈ ਗਾਉਂਦਾ ਹੈ, ਫਿਰ ਸ਼ਬਦ ਦੀ ਕਿਰਪਾ ਐਸੀ ਵਰਤਦੀ ਹੈ ਵੀ ਜਦੋਂ ਫਿਰ ਉਸ ਨੂੰ ਕੋਈ ਸੁਣਦਾ ਹੈ ਉਹ ਉੱਥੇ ਹੀ ਟਿਕ ਜਾਂਦਾ, ਉਹਦਾ ਹਿਰਦਾ ਸ਼ਾਂਤ ਹੋ ਜਾਂਦਾ, ਉਹਨੂੰ ਇੱਕ ਨਵੇਕਲਾ ਆਨੰਦ ਮਿਲਦਾ। ਇਸ ਵਿਧ ਇਹ ਆਨੰਦ ਉਸ ਵਕਤ ਸਤਿਗੁਰੂ ਜੀ ਕੇ ਘਰ ਅੰਦਰ ਬਣ ਰਿਹਾ ਹੈ ਜੀ। ਪੁਰ ਪਟਨੇ ਕੀ ਸੰਗਤ ਆਈ, ਫਿਰ ਸਾਰੇ ਪਟਨੇ ਸ਼ਹਿਰ ਦੀ ਸੰਗਤ, ਕਿਉਂਕਿ ਸੰਦੇਸ਼ਾ ਮਿਲ ਚੁੱਕਾ ਸੀ ਸਭ ਨੂੰ ਕਿ ਅੱਜ ਲਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਹੋਣੇ ਨੇ। ਸਾਰੀ ਪਟਨੇ ਨਗਰ ਦੀ ਸੰਗਤ, ਨਰ ਨਾਰੀ ਮਨੁੱਖ ਸਮੁਦਾਇ ਸਭ ਇਕੱਤਰ ਹੋ ਕੇ ਮਹਾਰਾਜ ਜੀ ਕੇ ਘਰ ਵਿੱਚ ਪਹੁੰਚ ਗਏ ਹਨ। ਅਨੇਕ ਪ੍ਰਕਾਰ ਉਪਾਇਨ ਲਿਆਈ, ਤੇ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਹਨ ਜਿਹੜੀਆਂ ਸੰਗਤ ਲੈ ਕਰਕੇ ਮਹਾਰਾਜ ਜੀ ਕੇ ਘਰ ਅੰਦਰ ਪਹੁੰਚੀ ਹੈ, ਹਾਜ਼ਰ ਹੋਈ ਹੈ। ਕਰ ਕਰ ਹਿਰਦੈ ਕਾਮਨਾ ਆਏ, ਹਿਰਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਭਾਵਨਾਵਾਂ ਸਤਿਗੁਰਾਂ ਦੇ ਪ੍ਰਤੀ ਕਿ ਇਹ ਅੱਜ ਸਤਿਗੁਰੂ ਤਰੁੱਠ ਕੇ ਸਾਨੂੰ ਆਹ ਦਾਤ ਦੇਣਗੇ, ਸਾਡਾ ਇਹ ਕਾਰਜ ਰਾਸ ਕਰਨਗੇ, ਇਹ ਬਖਸ਼ਿਸ਼ ਮਿਲੇਗੀ, ਇਦਾਂ ਦੀਆਂ ਅਨੇਕਾਂ ਭਾਵਨਾਵਾਂ ਹੁੰਦੀਆਂ ਨੇ। ਗੁਰਮੁਖੋ ਜਦੋਂ ਆਪਾਂ ਸਤਿਗੁਰੂ ਕੇ ਘਰ ਅੰਦਰ ਆਈਏ ਨਾ, ਸਾਡੇ ਮਨ ਵਿੱਚ ਵੀ ਇਹ ਭਾਵ ਬਣਦੇ ਨੇ। ਸੋ ਅਨੇਕਾਂ ਕਾਮਨਾਵਾਂ ਭਾਵਨਾਵਾਂ ਲੈ ਕੇ ਸੰਗਤ ਮਹਾਰਾਜ ਜੀ ਕੇ ਗ੍ਰਹਿ ਵਿਖੇ ਪਹੁੰਚ ਰਹੀ ਹੈ। ਦਰਸ਼ਨ ਕਰਤ ਪਾਏ ਮਨ ਭਾਏ, ਦਰਸ਼ਨ ਕਰਤ, ਕਿਉਂਕਿ ਇਹ ਸਾਰੀਆਂ ਕਾਮਨਾਵਾਂ ਪੂਰਤੀ ਹੋ ਜਾਂਦੀ ਹੈ ਜਦੋਂ ਕਿਤੇ ਪੂਰੇ ਗੁਰੂ ਦਾ ਦਰਸ਼ਨ ਹੋਵੇ। ਸੋ ਸੰਗਤ ਦੀ ਇੱਛਾ ਹੈ ਵੀ ਅੱਜ 10ਵੇਂ ਅਵਤਾਰ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਹੋਣਗੇ ਤੇ ਸਾਡੀਆਂ ਭਾਵਨਾਵਾਂ ਸਤਿਗੁਰੂ ਸਹਿਜੇ ਪੂਰਨ ਕਰ ਦੇਣਗੇ ਜੀ। ਭਾਵੇਂ ਕਿ ਅਜੇ ਮਹਾਰਾਜ ਜੀ ਆਪ ਸ਼ਬਦਾਂ ਦੇ ਵਿੱਚ ਬੋਲਦੇ ਨਹੀਂ, ਲਾ ਬਾਲ ਆਰ ਬੁਲਾ, ਲੇਕਿਨ ਦਰਸ਼ਨਾਂ ਵਿੱਚ ਹੀ ਇਹ ਅਗੰਮੀ ਕਿਰਪਾ ਹੈ। ਹੋਣ ਲੱਗੀ ਅਰਦਾਸ ਅਗਾਰੀ, ਫਿਰ ਜਿਸ ਵਕਤ ਲਾਲ ਗੋਬਿੰਦ ਰਾਏ ਜੀਆਂ ਨੂੰ ਲੈ ਕੇ ਮਾਮਾ ਕਿਰਪਾਲ ਚੰਦ ਜੀ ਉਸ ਆਸਨ ਤੇ ਪਹੁੰਚੇ ਜਿੱਥੇ ਦਰਸ਼ਨ ਹੋਣਾ ਹੈ, ਫਿਰ ਗੁਰੂ ਕੇ ਸਿੱਖ ਮੇਵੜੇ ਜਿਹੜੇ ਹਨ ਗਲ ਵਿੱਚ ਪੱਲਾ ਪਾ ਕੇ 10ਵੇਂ ਨਾਨਕ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੇ ਸਨਮੁਖ ਅਰਦਾਸ ਕਰਨ ਲੱਗੇ ਹਨ। ਵਸਤਰ ਵਿਭੂਖਨ ਅਰਪਤ ਪਾਰੀ, ਤੇ ਸੰਗਤਾਂ ਨੇ ਉਸੇ ਵਕਤ ਹੀ ਫਿਰ ਭੇਟਾਵਾਂ ਦੇ ਢੇਰ ਲਾ ਦਿੱਤੇ, ਕਿਉਂਕਿ ਗੁਰੂ ਦੇ ਦਰਸ਼ਨਾਂ ਦੀ ਭੇਟਾ ਹੈ ਨਾ। ਸੋ ਸੰਗਤਾਂ ਨੇ ਫਿਰ ਉੱਥੇ ਕਿਸੇ ਨੇ ਵਸਤਰ ਭੇਟ ਕੀਤਾ, ਕਿਸੇ ਨੇ ਗਹਿਣਾ ਭੇਟ ਕੀਤਾ, ਕਿਸੇ ਨੇ ਧਨ ਭੇਟ ਕੀਤਾ, ਜੋ ਵੀ ਕਿਸੇ ਦੀ ਸ਼ਰਧਾ ਸੀ,
ਜੋ ਵੀ ਕੋਈ ਦਰਸ਼ਨਾਂ ਨੂੰ ਮੁੱਖ ਰੱਖ ਕੇ ਆਪਣੇ ਘਰ ਤੋਂ ਲੈ ਕੇ ਤੁਰਿਆ ਸੀ, ਉਹ ਸਭ ਕੁਝ ਮਹਾਰਾਜ ਜੀ ਕੇ ਦਰਸ਼ਨਾਂ ਦੀ ਭੇਟਾ ਰੂਪ ਵਿੱਚ ਸੰਗਤਾਂ ਨੇ ਹਾਜ਼ਰ ਕਰ ਦਿੱਤਾ ਹੈ ਜੀ। ਬਾਹਰੋ ਸਾਹਾ ਭੀਖ ਬੁਲਵਾਏ। ਇਸ ਵਿਧਨਾ ਸਾਰੀ ਪਟਨੇ ਨਗਰ ਦੀ ਸੰਗਤ ਤੇ ਹੋਰ ਦੂਰ ਦੇਸ਼ਾਂ ਦੀਆਂ ਜਿਤਨੀਆਂ ਸੰਗਤਾਂ ਆਈਆਂ ਹਨ, ਸਭ ਨੇ ਲਾਲ ਗੋਬਿੰਦ ਰਾਏ ਜੀ ਕੇ ਦਰਸ਼ਨ ਕੀਤੇ। ਤੇ ਮੈਂ ਫਿਰ ਬੇਨਤੀ ਕਰਦਾ, ਸੁੰਦਰ ਪਲੰਗ ਵਿਛਾਇਆ ਗਿਆ, ਉਹਦੇ ਉੱਪਰ ਮਖਮਲੀ ਗਰਮ ਗਲੀਚੇ ਵਸਤਰ ਵਿਛਾਏ ਗਏ, ਸੋਹਣੇ ਤਰੀਕੇ ਨਾਲ ਤਿਆਰੀ ਕੀਤੀ। ਮਾਮਾ ਕਿਰਪਾਲ ਚੰਦ ਜੀ ਕੁੱਛੜ ਲੈ ਕਰਕੇ ਆਏ, ਉਸ ਪਲੰਗ ਤੇ ਲਿਟਾਇਆ। ਸਿੱਖ ਚੌਰ ਕਰ ਰਿਹਾ ਸੀ, ਬੜੇ ਅਦਬ ਨਾਲ ਚੌਰ ਕਰ ਰਿਹਾ ਸੀ। ਲਾਲ ਗੋਬਿੰਦ ਰਾਏ ਜੀ ਕੁਝ ਦਿਨਾਂ ਦੀ ਆਰਬਲਾ ਹੈ, ਸੰਗਤ ਨੂੰ ਦਰਸ਼ਨ ਦੇ ਰਹੇ ਸਨ। ਸੰਗਤ ਬੜੇ ਨਿਯਮ ਅਨੁਸਾਰ, ਬੜੇ ਤਰੀਕੇ ਦੇ ਨਾਲ ਲਾਲ ਗੋਬਿੰਦ ਰਾਏ ਜੀ ਕੇ ਦਰਸ਼ਨ ਪਾ ਕੇ ਤੇ ਵਾਪਸ ਮੁੜ ਕੇ ਦੀਵਾਨ ਵਿੱਚ ਬੈਠ ਰਹੀ ਸੀ, ਕਿਉਂਕਿ ਰਬਾਬੀ ਕੀਰਤਨ ਵੀ ਕਰ ਰਹੇ ਸਨ। ਸੋ ਇਸ ਵਿੱਚ ਸਾਰੀ ਪਟਨੇ ਦੀ ਸੰਗਤ ਨੇ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਜੀ ਕੇ ਦੀਦਾਰ ਪਾਏ ਹਨ। ਤੇ ਪਾਉਣ ਤੋਂ ਉਪਰੰਤ ਫਿਰ ਉਸ ਪੁਰਖ ਨੂੰ ਸੱਦਿਆ ਗਿਆ ਜਿਸ ਨੇ ਇੱਥੋਂ ਤੱਕ ਬਖਸ਼ਿਸ਼ ਕੀਤੀ ਹੈ ਵੀ ਸਾਰੀ ਸੰਗਤ ਨੂੰ ਹੀ ਦਰਸ਼ਨ ਹੋ ਗਿਆ। ਪੀਰ ਭੀਖਮ ਸ਼ਾਹ ਜੀ, ਜਿਹੜਾ ਪਿਛਲੇ ਦਿਨਾਂ ਤੋਂ ਹੀ ਸਤਿਗੁਰੂ ਜੀ ਕੇ ਦਵਾਰ ਤੇ ਅੰਨ ਪਾਣੀ ਛੱਡ ਕੇ ਬੈਠਾ ਹੈ ਕਿ ਕੇਵਲ ਤੇ ਕੇਵਲ ਦਰਸ਼ਨ ਕਰਨ ਆਇਆ ਤੇ ਦਰਸ਼ਨ ਕਰਕੇ ਹੀ ਜਾਣਾ। ਬੇਸ਼ੱਕ ਪ੍ਰਾਣ ਨਿਕਲ ਜਾਣ, ਪਰੰਤੂ ਦਰਸ਼ਨਾਂ ਤੋਂ ਬਿਨਾਂ ਇੱਥੋਂ ਵਾਪਸ ਨਹੀਂ ਮੁੜਨਾ। ਹੁਣ ਭਾਈ ਪੀਰ ਭੀਖਮ ਸ਼ਾਹ ਜੀ ਨੂੰ ਸੱਦਾ ਦਿੱਤਾ ਗਿਆ ਕਿ ਦਰਸ਼ਨ ਹੋ ਰਹੇ ਨੇ, ਆਓ ਤੁਸੀਂ ਵੀ ਲਾਲ ਜੀ ਕੇ ਦਰਸ਼ਨ ਕਰੋ। ਮਨ ਬਾਛਤ ਦਰਸੋ ਸੁਖਦਾਏ। ਤੇ ਸਿੱਖ ਨੇ ਜਾ ਕੇ ਇੱਕ ਸੱਦਾ ਦਿੱਤਾ ਕਿ ਪੀਰ ਜੀ ਸਤਿਗੁਰੂ ਜੀ ਕੇ ਦਰਸ਼ਨ ਹੋ ਰਹੇ ਨੇ, ਮਨ ਬਾਛਤ ਤੁਸੀਂ ਵੀ ਆ ਕੇ ਦਰਸ਼ਨ ਕਰੋ। ਤੇ ਮਨ ਭਾਉਂਦੇ ਵਰ ਸਤਿਗੁਰੂ ਜੀਆਂ ਤੋਂ ਸੂਖਸ਼ਮ ਰੂਪ ਦੇ ਅੰਦਰ ਹੀ ਅਸੀਂ ਕਵਾਂਗੇ, ਕਿਉਂਕਿ ਮੁਖ ਤੋਂ ਤੇ ਅਜੇ ਬੋਲਦੇ ਨਹੀਂ ਨੇ ਲਾਲ ਜੀ। ਸੋ ਸੂਖਸ਼ਮ ਰੂਪ ਦੇ ਅੰਦਰ ਸਤਿਗੁਰੂ ਜੀਆਂ ਦੇ ਘਰੋਂ ਮਨ ਬਾਛਤ ਵਰ ਪ੍ਰਾਪਤ ਕਰੋ। ਹਰ ਕਥ ਉਤ ਉਠ ਅੰਤਰ ਹੋਵਾ। ਹੁਣ ਜਿਹੜਾ ਮਹਾਰਾਜ ਜੀ ਕੇ ਦਵਾਰ ਦੇ ਬਾਹਰ, ਘਰ ਦੇ ਬਾਹਰ ਦਵਾਰ ਤੇ ਬੈਠਾ ਸੀ ਨਾ, ਦਰ ਤੇ ਆ ਕੇ ਜਦੋਂ ਇਸ ਖਬਰ ਸੁਣੀ ਤੇ ਪਤਾ ਵੀ ਹੈ ਕਿਉਂਕਿ ਸੰਗਤ ਆ ਰਹੀ, ਅੱਜ ਬਖਸ਼ਿਸ਼ ਹੋਣੀ, ਬਹੁਤ ਖੁਸ਼ ਹੋਇਆ, ਪ੍ਰਸੰਨ ਹੋਇਆ, ਅੰਦਰੋਂ ਆਨੰਦਿਤ ਹੁੰਦਾ ਹੋਇਆ ਆਪਣੇ ਉਸ ਟਿਕਾਣੇ ਤੋਂ ਉੱਠ ਖੜਾ ਹੈ ਜੀ। ਥਿਤ ਸਮੀਪ ਕਰ ਅਦਬ ਖਰੋਆ। ਤੇ ਉਤੋਂ ਚੱਲ ਕਰਕੇ ਫਿਰ ਉਸ ਪਵਿੱਤਰ ਸਥਾਨ ਤੇ ਪਹੁੰਚਿਆ ਜਿੱਥੇ ਅੱਜ ਲਾਲ ਗੋਬਿੰਦ ਰਾਏ ਜੀ ਸੁੰਦਰ ਪਲੰਗ ਤੇ ਬੈਠ ਕੇ ਸਭ ਨੂੰ ਦਰਸ਼ਨ ਦੇ ਰਹੇ ਨੇ। ਸੋ ਪਾਸ ਆ ਕਰਕੇ ਦੋਨੋਂ ਹੱਥ ਜੋੜ ਕਰਕੇ ਨਮਸਕਾਰ ਬੰਦਨ ਕਰਦਾ ਹੈ। ਬੰਦਨ ਕਰ ਤਸਬੀਹ ਜਿਸੇ ਹਾਥ। ਬੰਦਨ ਕਰ ਰਿਹਾ ਸੀ, ਲੇਕਿਨ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਸ਼ਬਦ ਲਿਖ ਰਹੇ ਨੇ, ਤਸਬੀਹ ਜਿਸ ਹਾਥ। ਜਿਸ ਹੱਥ ਵਿੱਚ ਉਹ ਮਾਲਾ ਫੜ ਕੇ ਬੈਠਾ ਸੀ ਨਾ, ਇਸਲਾਮ ਵਿੱਚ ਮਾਲਾ ਨੂੰ ਤਸਬੀਹ ਕਹਿੰਦੇ ਨੇ। ਸੋ ਜਿਸ ਹੱਥ ਵਿੱਚ ਉਹ ਮਾਲਾ ਤਸਬੀਹ ਲੈ ਕੇ ਬੈਠਾ ਸੀ, ਉਹ ਦੋਵੇਂ ਹੱਥ ਜੋੜ ਕੇ, ਮਾਲਾ ਉਹਦੇ ਉਸੇ ਤਰ੍ਹਾਂ ਹੱਥ ਵਿੱਚ ਹੀ ਹੈ, ਦੋਨੋਂ ਹੱਥ ਜੋੜ ਕੇ ਲਾਲ ਗੋਬਿੰਦ ਰਾਏ ਜੀਆਂ ਨੂੰ ਸੀਸ ਨਿਵਾ ਕਰਕੇ ਨਮਸਕਾਰ ਕਰ ਰਿਹਾ ਹੈ। ਬੋਲਤ ਭਇਓ ਸੁਤਤ ਸਭ ਹਾਗਾਥ। ਫਿਰ ਜਿਵੇਂ ਬੰਦਨ ਕਰ ਰਿਹਾ ਨਾ, ਜਿਵੇਂ ਆਪਾਂ ਸਤਿਗੁਰੂ ਜੀ ਕੇ ਚਰਨਾਂ ਅੰਦਰ ਅੱਜ ਵੀ ਭਾਵਨਾ ਵਾਲੇ ਹਿਰਦੇ ਟਿਕ ਕੇ ਅਰਦਾਸ ਕਰਦੇ ਨੇ, ਟਿਕ ਕੇ ਐਨ ਜਮਾ ਸ਼ਾਂਤ ਹੋ ਕੇ। ਮੈਂ ਇੱਥੇ ਵੀ ਬੇਨਤੀ ਕਰਾਂਗਾ, ਅਸੀਂ ਜਿੰਨੇ ਵੀ ਜੀਵ ਆ ਨਾ, ਸਾਨੂੰ ਅਜੇ ਤੱਕ ਬਹੁਤਾਤ ਵਿੱਚ ਜੁਗਤ ਨਹੀਂ ਆਈ ਵੀ ਸਤਿਗੁਰੂ ਦੇ ਸਨਮੁਖ ਖੜੇ ਹੋ ਕੇ ਬੇਨਤੀ, ਅਰਦਾਸ ਤੇ ਦਰਸ਼ਨ ਕਿਵੇਂ ਕੀਤਾ ਜਾਂਦਾ ਹੈ। ਇਹਦੇ ਲਈ ਇੱਕ ਵੱਖਰੀ ਸਿੱਖਿਆ ਹੈ ਬਾਣੀ ਵਿੱਚ, ਦਰਸ਼ਨ ਕਰਨਾ ਹੈ ਉਹਦੀ ਜੁਗਤ ਦਿੱਤੀ ਗਈ ਹੈ। ਤੇ ਅਰਦਾਸ ਕਰਨੀ ਹੈ, ਉਹਦੇ ਲਈ ਮਨੁੱਖ ਦੇ ਆਪਣੇ ਅੰਦਰ ਸਹਿਜ ਚਾਹੀਦਾ, ਟਿਕਾਓ ਚਾਹੀਦਾ। ਇਹ ਨਹੀਂ ਵੀ ਦੌੜਦੇ ਹੋਏ ਆਏ, ਸੀਸ ਨਵਾਇਆ, ਦੂਜੇ ਪਾਸੇ ਦੀ ਬਾਹਰ। ਇੱਦਾਂ ਗੁਰਮੁਖੋ ਦਰਸ਼ਨ ਨਹੀਂ ਮਿਲਿਆ ਕਰਦੇ। ਦਰਸ਼ਨ ਕਰਨਾ ਜੁਗਤ ਚਾਹੀਦੀ। ਸੋ ਪੀਰ ਜੀ ਆਏ, ਸਤਿਗੁਰੂ ਜੀ ਕੇ ਸਨਮੁਖ ਹੋਏ, ਦੋਨੋਂ ਹੱਥ ਜੁੜ ਗਏ, ਮਾਲਾ ਹੱਥ ਵਿੱਚ ਸੀ, ਸੀਸ ਝੁਕ ਗਿਆ, ਨੇਤਰ ਬੰਦ ਹੋ ਗਏ। ਜਿਸ ਵਕਤ ਨੇਤਰ ਬੰਦ ਹੋਏ, ਫਿਰ ਆਪਣੇ ਮੁਖ ਤੋਂ ਇੱਕ ਪਰਮ ਉਸਤਤ ਗਾ ਰਹੇ ਨੇ ਸਤਿਗੁਰੂ ਜੀ ਕੀ ਵਡਿਆਈ। ਤੇ ਇਉਂ ਕਵਾਂਗੇ ਵੀ ਇਹ ਉਹਨਾਂ ਦੇ ਅੰਦਰ ਦੀ ਉਹ ਵੇਦਨਾ, ਉਹ ਅਰਦਾਸ ਹੀ ਹੈ। ਬੋਲਤ ਪਏ ਸੁਤਤ ਸੁਭ ਗਾਤ। ਇੰਨੇ ਤਰੀਕੇ ਦੇ ਨਾਲ ਉਹ ਜਿਹੜੇ ਸ਼ਬਦ ਕਹਿ ਰਹੇ ਨੇ, ਸਤਿਗੁਰੂ ਜੀ ਕੇ ਚਰਨਾਂ ਦਾ ਧਿਆਨ ਧਰ ਕੇ, ਲਾਲ ਗੋਬਿੰਦ ਰਾਏ ਜੀ ਦਾ ਦਰਸ਼ਨ ਕਰਕੇ ਆਪਣੇ ਮੁਖ ਤੋਂ ਜਿਹੜੇ ਸ਼ਬਦ ਕਹਿ ਰਹੇ ਸਨ, ਉਹਨਾਂ ਸ਼ਬਦਾਂ ਦਾ ਅੱਗੇ ਹਵਾਲਾ ਦਿੱਤਾ ਭਾਈ ਸਾਹਿਬ ਜੀ ਨੇ। ਉਹ ਸ਼ਬਦ ਕਿਸ ਵਿਧ ਅਰਦਾਸ ਰੂਪ ਵਿੱਚ ਕਹਿ ਰਹੇ ਹਨ ਜੀ। ਪਾਕ ਬਿਬਾਕ ਰਹੀਮ ਕਬੀਰ। ਪੀਰ ਜੀਆਂ ਨੇ ਸ਼ਬਦ ਬੋਲੇ, ਪਾਕ ਵਿਪਾਕ ਰਹੀਮ ਕਰੀਮ। ਇਹ ਬੜੇ ਅਮੋਲਕ ਸ਼ਬਦ ਨੇ ਗੁਰਮੁਖੋ। ਪਾਕ ਦਾ ਅੱਖਰੀ ਅਰਥ ਹੁੰਦਾ ਪਵਿੱਤਰ। ਵਿਪਾਕ ਜਿਨ੍ਹਾਂ ਦੇ ਉੱਪਰ ਕਿਸੇ ਵੀ ਵਿਕਾਰ ਦਾ, ਕਿਸੇ ਕਰਮ ਦਾ ਕੋਈ ਪ੍ਰਭਾਵ ਨਾ ਹੋਵੇ। ਜਿਵੇਂ ਮੈਂ ਬੇਨਤੀ ਕਰਾਂ ਇੱਥੇ,
ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਸੰਸਾਰ ਵਿੱਚ ਆਏ ਨੇ ਨਾ, ਤੇ ਉਹ ਅਸੀਂ ਇਉਂ ਨਹੀਂ ਕਹਿ ਸਕਦੇ ਵੀ ਉਹ ਸਾਡੇ ਸੰਸਾਰਿਕ ਮਨੁੱਖਾਂ ਦੇ ਵੱਸ ਕਿਸੇ ਕਰਮ ਦੇ ਅਧੀਨ ਜਨਮ ਲੈ ਕੇ ਸੰਸਾਰ 'ਚ ਪ੍ਰਗਟੇ ਨੇ। ਨਹੀਂ, ਗੁਰਮਤਿ ਸਾਨੂੰ ਦੱਸਦੀ ਹੈ ਜਦੋਂ ਕੋਈ ਪਵਿੱਤਰ ਆਤਮਾ ਇਸ ਸੰਸਾਰ ਵਿੱਚ ਆਉਂਦੀ ਹੈ, ਕੋਈ ਪਰਉਪਕਾਰੀ ਪੁਰਖ ਆਉਂਦਾ ਹੈ, ਕੋਈ ਵੱਡੀ ਪਵਿੱਤਰ ਮਹਾਨ ਹਸਤੀ ਜਨਮ ਲੈ ਕੇ ਸਰੀਰ ਲੈ ਕੇ ਸੰਸਾਰ ਵਿੱਚ ਪ੍ਰਗਟ ਹੁੰਦੀ ਹੈ, ਉਹਦਾ ਮਤਲਬ ਇਹ ਨਹੀਂ ਵੀ ਉਹ ਸਾਡੇ ਵਰਗੇ ਸੰਸਾਰਿਕ ਜੀਵਾਂ ਦੀ ਤਰ੍ਹਾਂ ਕਰਮ ਦੇ ਬੰਧਨ ਵਿੱਚ ਸਰੀਰ ਧਾਰਨ ਕਰਦੇ ਨੇ। ਨਹੀਂ, ਗੁਰਬਾਣੀ ਕਹਿੰਦੀ ਹੈ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਜਨਮ ਮਰਨ ਵਿੱਚ ਨਹੀਂ ਹੁੰਦੇ, ਉਹ ਤਾਂ ਸੰਸਾਰ ਦੇ ਭਲੇ ਹਿੱਤ ਇਹ ਸਰੀਰ ਧਾਰਨ ਕਰਕੇ ਸੰਸਾਰ 'ਚ ਆਉਂਦੇ ਨੇ। ਇਸੇ ਵਿਧੀ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਪ੍ਰਗਟੇ ਨੇ ਤੇ ਪੀਰ ਜੀ ਅਰਦਾਸ ਕਰ ਰਹੇ ਨੇ, ਪਾਕ ਬੇਪਾਕ ਰਹੀਮ ਕਰੀਮ, ਤੁਸੀਂ ਕਿਸੇ ਬੰਧਨ ਵਿੱਚ ਨਹੀਂ ਹੋ, ਤੁਸੀਂ ਤੇ ਪਾਕ ਅੱਲਾ ਦੀ ਮੂਰਤ ਪਵਿੱਤਰ ਆਤਮਾ ਇਸ ਸੰਸਾਰ ਵਿੱਚ ਪ੍ਰਗਟੇ ਹੋ। ਰਹੀਮ ਦੇ ਅਰਥ ਹੁੰਦੇ ਨੇ ਰਹਿਮ ਕਰਨ ਵਾਲੇ। ਕਬੀਰ ਸ਼ਬਦ ਵਰਤਿਆ ਜਾਂਦਾ ਸੱਚੇ ਪੁਰਖ ਲਈ, ਪਵਿੱਤਰ ਆਤਮਾ ਲਈ। ਜਿਹੜਾ ਅਕਾਲ ਦੀ ਮੂਰਤ ਹੈ ਉਹ ਉਸ ਨੂੰ ਕਹਿੰਦੇ ਨੇ ਕਬੀਰ। ਸੋ ਤੁਸੀਂ ਆਏ ਹੋ, ਤੁਸੀਂ ਪਵਿੱਤਰ ਆਤਮਾ ਹੋ, ਤੁਸੀਂ ਕਰਮ ਦੇ ਬੰਧਨ ਤੋਂ ਮੁਕਤ ਹੋ, ਆਪਣੀ ਮੌਜ ਵਿੱਚ ਪ੍ਰਗਟੇ ਹੋ। ਸੰਸਾਰ ਦੇ ਉਧਾਰ ਲਈ ਤੁਸੀਂ ਨੇ ਅਵਤਾਰ ਲਿਆ, ਸਾਡੇ ਵਰਗਿਆਂ ਨੂੰ ਦਰਸ਼ਨ ਦੇ ਕੇ ਸਾਡੇ ਤੇ ਕਿਰਪਾ ਕਰਨੀ, ਰਹਿਮ ਕਰਨੀ। ਇਹ ਸੱਚ ਦੀ ਮੂਰਤ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਬਖਸ਼ੋ ਗੁਣੈ ਪੀਰ ਕੇ ਪੀਰ। ਤੇ ਹੱਥ ਜੋੜ ਕੇ ਸੀਸ ਨਵਾ ਕੇ ਇਹ ਪੀਰ ਜੀ ਅਰਦਾਸ ਕਰ ਰਹੇ ਸਨ, ਬਖਸ਼ੋ ਗੁਣੈ, ਬਖਸ਼ਣ ਹਾਰੇ ਬਖਸ਼ ਲੈ। ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਨਾ, ਮਹਾਰਾਜ ਕਹਿੰਦੇ ਨੇ ਬਖਸ਼ ਲਓ ਸਾਨੂੰ, ਬਖਸ਼ੋ ਗੁਨਾਹਾਂ, ਸਾਡੇ ਗੁਨਾਹ ਬਖਸ਼ੋ, ਕਿਉਂਕਿ ਸਾਡੇ ਸੰਸਾਰਿਕ ਜੀਵਾਂ ਦੇ ਅੰਦਰ ਗੁਨਾਹ ਬਹੁਤ ਹਨ, ਬਹੁਤ ਗੁਨਾਹ ਹਨ। ਜਿਵੇਂ ਅਸੀਂ ਬਾਣੀ ਵਿੱਚ ਬਾਬਾ ਫਰੀਦ ਜੀ ਦੇ ਬਚਨ ਪੜ੍ਹਦੇ ਹਾਂ ਨਾ, ਉਹ ਵੀ ਇਹ ਗੱਲ ਕਹਿੰਦੇ ਨੇ, ਗੁਨਾਹ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਬਈ ਸਾਡੇ ਅੰਦਰ ਇੰਨੇ ਗੁਨਾਹ ਹਨ ਵੀ ਇਹਦੀ ਕੋਈ ਗਿਣਤੀ ਮਿਣਤੀ ਨਹੀਂ। ਲੇਕਿਨ ਅੱਜ ਪੀਰ ਕੇ ਪੀਰ, ਪੀਰਾਂ ਦੇ ਪੀਰ ਵਲੀ ਅੱਲਾ ਪੁਰਖ, ਇਹ ਪਾਕ ਪਰਵਦੀਗਾਰ ਸਤਿਗੁਰ ਦੀ ਮੂਰਤ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਗੁਨਾਹ ਬਖਸ਼ੋ। ਭਾਵੇਂ ਕਿ ਵੇਖੋ, ਜੇ ਅਸੀਂ ਉਦਾਂ ਵੇਖਾਂਗੇ ਨਾ, ਪੀਰ ਜੀ ਤੇ ਬਿਰਧ ਉਮਰ ਦੇ ਨੇ ਤੇ ਲਾਲ ਜੀ ਦੀ ਉਮਰ ਹਾਲੀ ਕੁਝ ਦਿਨਾਂ ਦੀ ਹੈ। ਤੇ ਅਰਦਾਸ ਇਦਾਂ ਕਰ ਰਹੇ ਨੇ, ਇਹ ਪੀਰਾਂ ਦੇ ਪੀਰ ਭਾਵ ਲੋਕ ਸਾਨੂੰ ਵੀ ਪੀਰ ਕਹਿੰਦੇ ਨੇ, ਕਿਉਂਕਿ ਪੀਰ ਭੀਖਮ ਸ਼ਾਹ ਜੀ ਆਪਾਂ ਸ਼ਬਦ ਵਰਤਦੇ ਹਾਂ, ਇਹਨਾਂ ਦੇ ਮੁਰੀਦ ਨੇ, ਅੱਗੇ ਸਿੱਖਿਆ ਦਿੰਦੇ ਨੇ। ਲੋਕ ਸਾਨੂੰ ਪੀਰ ਕਹਿੰਦੇ ਨੇ, ਲੇਕਿਨ ਅਸੀਂ ਕਹਿੰਦੇ ਹਾਂ ਸਾਡੇ ਤੋਂ ਉੱਪਰ ਸਾਡਿਆਂ ਸਾਰਿਆਂ ਪੀਰਾਂ ਦੇ ਸਿਰਮੌਰ ਪੀਰ ਤੁਸੀਂ ਹੋ। ਆਪ ਕਿਰਪਾ ਕਰੋ, ਸਾਡੇ ਗੁਨਾਹ ਬਖਸ਼ ਦਿਓ, ਸਾਡੇ ਤੇ ਕਿਰਪਾ ਕਰੋ ਜੀ। ਸ਼੍ਰੀ ਨਾਨਕ ਸ਼੍ਰੀ ਕਾਲੂ ਨੰਦਨ। ਕਿਉਂਕਿ ਭਾਈ ਸਾਹਿਬ ਜੀ ਨੇ ਹਵਾਲਾ ਦਿੱਤਾ ਕਿ ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪ੍ਰਗਟੇ ਸਨ, ਸਤਿਕਾਰਯੋਗ ਪਿਤਾ ਕਾਲੂ ਜੀ, ਕਲਿਆਣ ਦਾਸ ਜੀ, ਜਿਨ੍ਹਾਂ ਦੇ ਘਰ ਅੰਦਰ ਮਹਾਰਾਜ ਜੀ ਦਾ ਉਤਾਰ ਹੋਇਆ ਸੀ। ਸ੍ਰੀ ਬੇਦੀ ਕੁਲ ਚੰਦ ਸੋ ਬੰਦਨ। ਬੇਦੀ ਕੁਲ ਦੇ ਦੀਪਕ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਬੇਦੀਆਂ ਦੀ ਕੁਲ ਦੇ ਅੰਦਰ ਜਿਹੜੇ ਸੂਰਜ ਵਾਂਗ ਚਮਕੇ ਸਨ। ਸੁਜਸ ਬਿਲੰਦ ਆਨੰਦ ਮੁਕੰਦ। ਅੱਜ ਤੱਕ ਉਸ ਕੁਲ ਦਾ ਜਿਹੜਾ ਨਾਮ ਹੈ ਗੁਰਮੁਖੋ ਸੰਸਾਰ ਵਿੱਚ ਚਮਕਦਾ ਹੈ। ਤੇ ਇਹ ਅੱਜ ਨਹੀਂ ਮੈਂ ਕਹਿ ਰਿਹਾ, ਆਦ ਜੁਗਾਤ ਤੋਂ ਲੈ ਕਰਕੇ ਅੰਤ ਸਮੇਂ ਤੱਕ, ਜੁਗਾਂ ਜੁਗਾਂ ਤੱਕ ਇਦਾਂ ਹੀ ਬੇਦੀਆਂ ਦੀ ਕੁਲ ਦਾ ਨਾਮ ਬਣਿਆ ਰਹੇਗਾ। ਕਿਉਂ? ਕਿਉਂਕਿ ਇਸ ਕੁਲ ਦੇ ਵਿੱਚ ਗੁਰੂ ਨਾਨਕ ਜੀ ਪ੍ਰਗਟੇ ਨੇ। ਬਾਣੀ ਵਿੱਚ ਵੀ ਲਿਖਿਆ ਮਹਾਰਾਜ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਉਹ ਕੁਲ ਵੀ ਧੰਨਤਾ ਦੇ ਯੋਗ ਹੈ, ਉਹ ਪਿਤਾ ਵੀ ਤੇ ਉਹ ਮਾਂ ਵੀ, ਜਿਸ ਨੇ ਇਤਨੀ ਪਾਕ ਪਵਿੱਤਰ ਮੂਰਤ ਨੂੰ ਸੰਸਾਰ ਵਿੱਚ ਜਨਮ ਦਿੱਤਾ ਹੈ। ਇੰਨੀ ਪਾਕ ਪਵਿੱਤਰ ਰੂਹ ਨੂੰ ਜਿਹੜੇ ਕਰਮ ਬੰਧਨ ਤੋਂ ਮੁਕਤ ਆਉਂਦੇ ਨੇ। ਸੋ ਉਹ ਜਿਹੜੀ ਕੁਲ ਹੈ ਉਹਦਾ ਸੁਜਸ ਕੀਤਾ ਨਹੀਂ ਜਾ ਸਕਦਾ, ਵਡਿਆਈ ਆਪਣੇ ਮੁਖ ਤੋਂ ਗਾਇਨ ਨਹੀਂ ਹੁੰਦੀ ਜੀ। ਖਾਲਕ ਮੁਬਾਰਕ ਦੀਪੋ ਅਮੰਦ। ਤੇ ਇਸੇ ਤਰ੍ਹਾਂ ਆਪ ਜੀ ਇਸ ਮੁਬਾਰਕ ਸਮੇਂ ਤੇ ਆਪ ਪ੍ਰਗਟ ਹੋਏ ਹੋ। ਆਪ ਜੀ ਕੀ ਵੀ ਉਹੀ ਬਖਸ਼ਿਸ਼ ਹੈ ਜੋ ਬਖਸ਼ਿਸ਼ ਕਿਸੇ ਵਕਤ ਰਾਏ ਭੋਏ ਦੀ ਤਲਵੰਡੀ, ਪਾਕਿਸਤਾਨ ਜਿਹੜਾ ਸਥਾਨ ਨਨਕਾਣਾ ਸਾਹਿਬ ਜਿਹਨੂੰ ਆਪਾਂ ਜਾਣਦੇ ਹਾਂ,
ਕਿਸੇ ਵਕਤ ਉੱਥੇ ਹੋਈ ਸੀ। ਅੱਜ ਉਹੀ ਬਖਸ਼ਿਸ਼ ਇਸ ਪਵਿੱਤਰ ਧਰਤੀ ਪਟਨੇ ਸ਼ਹਿਰ ਵਿਖੇ ਜਿੱਥੇ ਆਪ ਜੀਆਂ ਨੇ ਭਵ ਲਿਆ ਪ੍ਰਗਟ ਹੋ, ਅੱਜ ਉਹੀ ਬਖਸ਼ਿਸ਼ ਠੀਕ ਇੱਥੇ ਸਾਨੂੰ ਜੀਵਾਂ ਨੂੰ ਵੇਖਣ ਨੂੰ ਮਿਲ ਰਹੀ ਹੈ। ਰਾਏ ਬੁਲਾਰ ਉਦਾਰਨ ਕਰਿਓ। ਤੇ ਜਿਵੇਂ ਆਪ ਜੀਆਂ ਨੇ ਪਹਿਲੇ ਜਾਮੇ ਵਿੱਚ ਪ੍ਰਗਟ ਹੋ ਕਰਕੇ ਰਾਏ ਬੁਲਾਰ ਵਰਗੇ ਸਿੱਖਾਂ ਦਾ ਉਧਾਰ ਕੀਤਾ, ਜਿਹੜਾ ਉਸ ਪੱਟੀ ਦਾ ਸਰਦਾਰ ਸੀ, ਜਿਹੜਾ ਉੱਥੋਂ ਦਾ ਮੁਖੀ ਸੀ, ਰਾਏ ਭੋਏ ਦੀ ਤਲਵੰਡੀ, ਜਿਹਦਾ ਨਾਮ, ਸ਼ਹਿਰ ਦਾ ਨਾਮ ਹੀ ਉਹ ਰਾਏ ਜੀ ਦੇ ਨਾਮ ਤੇ ਵੱਜਦਾ ਹੁੰਦਾ ਸੀ। ਸੋ ਉਹਨਾਂ ਦਾ ਪਹਿਲਾ ਉਧਾਰ ਆਪ ਜੀਆਂ ਨੇ ਉਸ ਜਾਮੇ, ਪਹਿਲੇ ਜਾਮੇ ਅੰਦਰ ਕੀਤਾ ਹੋਇਆ ਹੈ। ਦੌਲਤ ਖਾਂ ਕੋ ਦੁਖ ਪਰ ਹਰਿਓ। ਦੂਸਰਾ ਦੌਲਤ ਖਾਂ ਲੋਧੀ ਸੁਲਤਾਨਪੁਰ ਦਾ ਸ਼ਾਸਕ ਹੈ, ਜਿਹੜਾ ਜਿਹਦਾ ਮੋਦੀ ਖਾਨਾ ਹੈ। ਸੋ ਇਤਨੇ ਵੱਡੇ ਵੱਡੇ ਮਹਾਨ ਪੁਰਖ, ਇਹ ਕੋਈ ਆਮ ਗੱਲਾਂ ਨਹੀਂ ਨੇ, ਕਿਉਂਕਿ ਜੇ ਆਮ ਮਨੁੱਖ ਹੁੰਦਾ ਤੇ ਇੱਥੇ ਐਡਾ ਹਵਾਲਾ ਨਹੀਂ ਦਿੰਦਾ। ਰਾਏ ਬੁਲਾਰ ਰਾਜਾ, ਸਾਰੇ ਉਸ ਸਮੇਂ ਦੇ ਉਸ ਨਗਰ ਦੇਸ਼ ਦਾ ਰਾਜਾ ਹੈ ਰਾਏ ਬੁਲਾਰ। ਦੂਜਾ ਦੌਲਤ ਖਾਂ ਦਾ ਜੇ ਮੈਂ ਇਤਿਹਾਸ ਛੇੜਾਂ ਤੇ ਬੜਾ ਲੰਬਾ ਸਮਾਂ ਲੱਗੇਗਾ, ਕਿਉਂਕਿ ਉਹ ਤਾਂ ਬਹੁਤ ਵੱਡਾ ਮਨੁੱਖ ਹੈ। ਸਮੇਂ ਦੇ ਹੁਕਮਰਾਨ ਬਾਬਰ ਵਰਗੇ ਜਾਂ ਹੋਰ ਇੱਧਰ ਇਬਰਾਹਿਮ ਸੁਲਤਾਨ ਸਿਕੰਦਰ ਲੋਧੀ ਵਰਗੇ ਜਿਹੜੇ ਉਦੋਂ ਦੇ ਸ਼ਾਸਕ ਨੇ, ਉਹਨਾਂ ਨਾਲ ਵੀ ਉਹਨਾਂ ਦੀ ਪੈਠ ਹੈ, ਮਿਲਨ ਵਰਤਨ ਹੈ, ਰਿਸ਼ਤਾ ਵੀ ਹੈ। ਸੋ ਇਤਨੇ ਵੱਡੇ ਵੱਡੇ ਮਹਾਨ ਪੁਰਖ ਜਿਨ੍ਹਾਂ ਨੂੰ ਆਪ ਜੀਆਂ ਨੇ ਪ੍ਰਗਟ ਹੁੰਦਿਆਂ ਹੀ ਉਧਾਰ ਕਰ ਦਿੱਤਾ ਸੀ, ਜਿਨ੍ਹਾਂ ਨੂੰ ਉਸ ਵਕਤ ਝਲਕ ਦੇ ਦਿੱਤੀ ਜਦੋਂ ਜਗਤ ਸੰਸਾਰ ਵਿੱਚ ਗੁਰੂ ਨਾਮ ਤੋਂ ਜਾਣਦਾ ਵੀ ਨਹੀਂ ਸੀ ਆਪ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੈ ਨਾ ਗੁਰਮੁਖੋ। ਲਾਲ ਗੋਬਿੰਦ ਰਾਏ ਜੀ ਇੱਥੇ ਪੀਰ ਭੀਖਮ ਸ਼ਾਹ ਜੀ ਦਰਸ਼ਨ ਕਰ ਰਹੇ ਨੇ, ਤੇ ਉਧਰ ਅਸੀਂ ਸਾਖੀ ਪੜ੍ਹਦੇ ਹਾਂ ਤੇ ਰਾਏ ਬੁਲਾਰ ਉਸ ਵਕਤ ਨਾਨਕ ਜੀ ਦੇ ਦਰਸ਼ਨ ਕਰਦਾ ਜਦੋਂ ਸੰਸਾਰ ਉਹਨਾਂ ਨੂੰ ਕੁਝ ਵੀ ਨਹੀਂ ਜਾਣਦਾ, ਆਮ ਜਾਣਦਾ ਵੀ ਕਾਲੂ ਜੀ ਦੇ ਪੁੱਤਰ ਨੇ। ਉਹ ਉਸ ਵਕਤ ਰੱਬੀ ਅਵਤਾਰ 'ਚ ਵੇਖਦਾ। ਸੋ ਇਸ ਵਿਧ ਇਹ ਉਹੀ ਕਿਰਪਾ ਹੈ ਜਿਹੜੀ ਕਿਸੇ ਵਕਤ ਤਲਵੰਡੀ ਦੀ ਧਰਤੀ ਤੇ ਵਰਤੀ ਹੈ ਤੇ ਅੱਜ ਇੱਧਰ ਪਟਨੇ ਦੀ ਧਰਤੀ ਤੇ ਜੋਤ ਪ੍ਰਗਟੀ ਹੈ ਜੀ। ਪੀਰ ਬਿਰੰਦ ਕੇ ਤਿਕ ਮੁਲਤਾਨ। ਤੇ ਫਿਰ ਅੱਗੇ ਜੇ ਗੁਰੂ ਨਾਨਕ ਸਾਹਿਬ ਜੀਆਂ ਦੇ ਜੀਵਨ ਦੀ ਆਪਾਂ ਗੱਲ ਕਰੀਏ, ਜਿਵੇਂ ਭਾਈ ਸਾਹਿਬ ਜੀਆਂ ਨੇ ਹਵਾਲਾ ਇੱਥੇ ਥੋੜਾ ਜਿਹਾ ਦਿੱਤਾ ਹੈ, ਕਿੰਨੇ ਪੀਰ ਸਨ ਉਸ ਵਕਤ ਮੁਲਤਾਨ ਦੇ। ਜੇ ਮੁਲਤਾਨ ਦੀ ਸਾਖੀ ਆਪਾਂ ਫਰੋਲ ਕੇ ਵੇਖੀਏ ਨਾ ਗੁਰਮੁਖੋ, ਤੇ ਉਹਨਾਂ ਨੇ ਤਾਂ ਦੁੱਧ ਦਾ ਕਟੋਰਾ ਭਰ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਰੱਖਿਆ ਸੀ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਭਾਵ ਅਰਥ ਇਹਦੇ ਸਨ ਵੀ ਇਹ ਮੁਲਤਾਨ ਵਿੱਚ ਹੋਰ ਥਾਂ ਨਹੀਂ ਹੈ, ਇਹ ਤਾਂ ਪਹਿਲਾਂ ਪੀਰਾਂ ਨਾਲ ਭਰਿਆ ਪਿਆ। ਤੇ ਬਾਬਾ ਜੀ ਨੇ ਕੀ ਕੀਤਾ, ਆਪਣੇ ਬਗਲ ਚੋਂ ਚਮੇਲੀ ਕੱਢੀ ਤੇ ਦੁੱਧ ਦੇ ਕਟੋਰੇ 'ਚ ਧਰ ਦਿੱਤੀ ਵੀ ਸਾਨੂੰ ਇੱਥੇ ਇਹਨਾਂ ਪੀਰਾਂ ਨਾਲ ਕੋਈ ਵਾਸਤਾ ਨਹੀਂ, ਅਸੀਂ ਤੇ ਅਗਾਂਹ ਲੰਘਣ ਵਾਲੇ ਪੁਰਖਾਂ। ਸੋ ਜਿੰਨੇ ਪੀਰ ਸਨ ਮੁਲਤਾਨ ਦੇ, ਉਹਨਾਂ ਨੂੰ ਕਿਹਨੇ ਤਾਰਿਆ, ਉਹਨਾਂ ਦਾ ਉਧਾਰ ਕਿਸ ਨੇ ਕੀਤਾ? ਇਹ ਵੀ ਪੀਰ ਹੈ ਭੀਖਮ ਸ਼ਾਹ। ਸੋ ਜਿਵੇਂ ਆਪ ਜੀਆਂ ਨੇ ਪਹਿਲੇ ਜਾਮੇ ਵਿੱਚ ਮੁਲਤਾਨ ਦੇ ਸੈਂਕੜਿਆਂ ਪੀਰਾਂ ਦਾ ਉਧਾਰ ਕਰ ਦਿੱਤਾ ਸੀ, ਅੱਜ ਉਸੇ ਤਰ੍ਹਾਂ ਇੱਕ ਪੀਰ ਆਪ ਜੀ ਕੇ ਦਰ ਤੇ ਹੱਥ ਬੰਨ੍ਹ ਕੇ ਜੋਦੜੀ ਕਰ ਰਿਹਾ ਹੈ। ਸਭ ਕੋ ਸ਼ਾਂਤ ਦੀਨ ਦੁਖਹਾਨ। ਤੇ ਤੁਸੀਂ ਕਿਰਪਾ ਕੀਤੀ ਸੀ ਸਾਰਿਆਂ ਨੂੰ ਆਪਣੇ ਪਾਸ ਤੋਂ ਬਖਸ਼ਿਸ਼ ਦੇ ਕਰਕੇ ਸ਼ਾਂਤ ਭਾਵ ਸਤ ਨਾਲ ਜੋੜ ਦਿੱਤਾ ਸੀ, ਟਿਕਾਓ ਵਿੱਚ ਲੈ ਆਂਦਾ ਸੀ। ਸਾਰਿਆਂ ਨੂੰ ਅਸਲ ਤੱਤ ਨਾਮ ਦਾ ਦਾਤ, ਨਾਮ ਦੀ ਬਖਸ਼ਿਸ਼ ਦੇ ਦਿੱਤੀ ਸੀ। ਸੋ ਇਸ ਵਿਧ ਅੱਜ ਇਹ ਪੀਰ ਭੀਖਮ ਸ਼ਾਹ ਜੀ ਜਿਹੜੇ ਹਨ, ਉਹ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਕੇ ਦਰਸ਼ਨ ਪਾਉਣ ਦੇ ਲਈ ਐਨ ਉਹਨਾਂ ਦੇ ਪਲੰਗ ਦੇ ਸਾਹਮਣੇ, ਜਿੱਥੇ ਸਿੱਖ ਚੌਰ ਕਰ ਰਿਹਾ, ਲਾਲ ਜੀ ਪਲੰਗ ਤੇ ਪਏ ਨੇ ਤੇ ਐਨ ਬੰਦਗੀ ਦੇ ਵਿੱਚ ਗੜੁੰਦ ਹੋਇਆ। ਇਹ ਵੀ ਮੈਂ ਨਾਲ ਹੀ ਕਹਾਂਗਾ, ਕਿਉਂਕਿ ਉਹ ਪੀਰ ਜੀ ਵੀ ਬੜੀ ਇਬਾਦਤ ਵਿੱਚ ਪੁੱਜੇ ਹੋਏ ਨੇ। ਦੋਨੋਂ ਹੱਥ ਜੋੜ ਕੇ, ਹੱਥ ਵਿੱਚ ਤਸਬੀਹ ਫੜ ਕੇ, ਸੀਸ ਸਤਿਗੁਰੂ ਕੇ ਚਰਨਾਂ ਤੇ ਝੁਕਾ ਕੇ ਅੰਤਰਾਤਮੇ ਤੋਂ ਇਹ ਅਰਦਾਸਾਂ ਕਰ ਰਿਹਾ। ਸੋ ਜਿਵੇਂ ਇਸ ਪੀਰ ਦੀ ਅਰਦਾਸ ਲਾਲ ਗੋਬਿੰਦ ਰਾਏ ਜੀਆਂ ਨੇ ਬਾਲਪਣੇ ਵਿੱਚ ਸੁਣੀ ਹੈ, ਬੜੀ ਕਿਰਪਾ ਹੋਈ ਹੋਵੇਗੀ ਗੁਰਮੁਖੋ। ਕੱਲਾ ਕਹਿਣ ਮਾਤਰ ਨਹੀਂ ਹੁੰਦੀਆਂ ਸਾਖੀਆਂ, ਗੁਰਸਾਖੀ ਕਉ ਜਿਆਰਾ ਤੋ ਸਗਲੀ ਮਿੱਟੀ ਪੁਕਾਰਾ। ਸੋ ਜਿਵੇਂ ਇਸ ਪੀਰ ਨੇ ਲਾਲ ਜੀ ਕੇ ਦਰਸ਼ਨ ਪਾਏ, ਬੜੀ ਆਨੰਦ ਮਾਣਿਆ, ਬੜੀ ਕਿਰਪਾ ਵਰਤੀ ਇਹਦੇ ਤੇ। ਸੋ ਸਤਿਗੁਰੂ ਜੀ ਕੀ ਇਹ ਬੜੀ ਅਗੰਮੀ ਰਹਿਮਤ ਹੈ। ਅੱਗੇ ਜਿਵੇਂ ਵਿਸਤਾਰ ਸਹਿਤ ਹਵਾਲਾ ਸਾਖੀ ਵਿੱਚ ਦਰਜ ਹੈ, ਉਹ ਆਪਾਂ ਯਤਨ ਕਰਾਂਗੇ ਆਉਣ ਵਾਲੇ ਦੀਵਾਨਾਂ ਵਿੱਚ ਵਿਸਤਾਰ ਸਹਿਤ ਸਾਰੀ ਸਾਖੀ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਜੀ। ਅੱਜ ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀਰ ਬਿਰੰਦ ਕੇ ਤਿਕ ਮੁਲਤਾਨ। ਸਭ ਕੋ ਸ਼ਾਂਤ ਦੀਨ ਦੁਖਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।